ਅਸੀਂ ਇੱਥੇ ਫਸਲਾਂ ਵਾਸਤੇ ਨਹੀਂ ਆਏ, ਅਸੀਂ ਇੱਥੇ ਨਸਲਾਂ ਵਾਸਤੇ ਆਏ ਆ, ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਜਾਣ ਲੱਗੀਆਂ। ਫਸਲਾਂ ਤਾਂ ਬਚਾਉਣੀਆਂ ਵਾ, ਪਰ ਅਸੀਂ ਨਸਲਾਂ ਵੀ ਬਚਾਉਣੀਆਂ। ਹਾਂਜੀ, ਮੈਂ ਆਸਟ੍ਰੇਲੀਆ ਮੈਲਬਨ ਤੋਂ ਹਾਂ ਤੇ ਮੈਂ ਉੱਥੇ ਪਿਛਲੇ 12 ਸਾਲ ਤੋਂ ਰਹਿ ਰਿਹਾ ਹਾਂ। ਜਦੋਂ ਵੀ ਅਸੀਂ ਟਿਕਟ ਕਰਾਈ ਸੀ ਉਹ ਕੈਂਸਲ ਹੋ ਗਈ ਸੀਗੀ। ਪਹਿਲਾਂ ਮੈਂ ਜੂਨ ਦੇ ਵਿੱਚ ਟਿਕਟ ਕਰਾਈ ਸੀ, ਉਹ ਕੈਂਸਲ ਹੋ ਗਈ। ਫਿਰ ਬਾਅਦ 'ਚੋਂ ਅਕਤੂਬਰ ਵਿੱਚ ਕਰਾਈ ਸੀ, ਉਹ ਕੈਂਸਲ ਹੋ ਗਈ। ਜ਼ਰੂਰ ਮੇਰਾ ਦੇਖ ਲਓ ਮੇਰਾ ਪ੍ਰੋਫੈਸ਼ਨ ਨਹੀਂ ਹੈਗਾ, ਪਰ ਮੈਨੂੰ ਪਤਾ ਹੈ ਹਰ ਵਰਗ ਇਸ ਕੜੀ ਨਾਲ ਜੁੜਿਆ ਹੋਇਆ। ਕੜੀ ਦਰ ਕੜੀ ਫਾਰਮਰਸ ਨਾਲ ਆਪਾਂ ਸਭ ਜੁੜੇ ਹੋਏ ਆ। ਹੁਣ ਤੱਕ ਜਦੋਂ ਦੀ ਮੋਦੀ ਸਰਕਾਰ ਆਈ ਆ ਉਦੋਂ ਤੱਕ ਜਦੋਂ ਜਿਹੜਾ ਵੀ ਬਿੱਲ ਉਹਨਾਂ ਨੇ ਪਾਸ ਕੀਤਾ ਵਾ ਉਹਦਾ ਸੱਤਿਆਨਾਸ਼ ਹੀ ਬੇੜਾ ਹੋਇਆ ਵਾ। ਮਤਲਬ ਕਿ ਕੋਈ ਦੇਖਣ ਵਾਲੀ ਗੱਲ ਨਹੀਂ। ਇਹ ਸੇਮ ਮੇਰੇ ਹਿਸਾਬ ਨਾਲ ਹਿਟਲਰ ਦਾ ਰਾਜ ਆ, ਜਿਵੇਂ ਕਾਰਪੋਰੇਟ ਘਰਾਣਿਆਂ ਨੂੰ ਬਸ ਫਾਇਦਾ ਪਹੁੰਚਾਉਣਾ ਚਾਹੁੰਦੇ ਆ। ਸ਼ਾਇਦ ਉਹ ਜਿਹੜੇ ਮਖਮਲੀ ਗੱਦੇ ਵੀ ਹੋਣਗੇ ਉਹ ਵੀ ਇੰਨਾ ਸਕੂਨ ਨਹੀਂ ਦਿੰਦੇ ਹੋਣਗੇ ਜਿੰਨਾ ਸਕੂਨ ਇੱਥੇ ਹੁਣ ਆਪਣੇ ਹੱਕਾਂ ਦੇ ਲਈ ਲੜ ਕੇ ਰਾਤ ਨੂੰ ਟਰਾਲੀ ਦੇ ਵਿੱਚ ਸੌਣ ਦਾ ਮਜ਼ਾ ਆਉਂਦਾ ਹੋਣਾ। ਜੀ ਬਿਲਕੁਲ, ਇਹ ਤਾਂ ਗੱਲ ਸਹੀ ਹੈ ਜੀ। ਪਿਛਲੇ ਸਾਲ ਤਮਿਲਨਾਡੂ ਦੇ ਕਿਸਾਨ ਆਏ ਸੀ, ਉਹਨਾਂ ਨੇ ਕੀ ਖੋਪੜੀਆਂ, ਕੀ ਚੂਹੇ, ਕੀ ਪਿਸ਼ਾਬ ਜ਼ਿਕਰ ਪੀਤਾ। ਇਹ ਬੰਦੇ ਤੇ ਕੋਈ ਜੂ ਨਹੀਂ ਸਰਕੀ। ਸਾਡੀ ਜੂਨ ਖਰਾਬ ਕੀਤੀ ਹੈ ਸਿਆਸਤਦਾਨ ਨੇ। ਮੈਂ ਕਹਿੰਦਾ ਜੂਨ ਛੱਡੋ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ ਦੀ ਗੱਲ ਆ ਗਈ ਹੈ। ਸਾਰਾ ਹੀ ਖਰਾਬ ਕੀਤਾ ਪਿਆ ਇਹਨਾਂ ਨੇ, ਤਾਂ ਜੀਣ ਦਿੱਤਾ ਹੀ ਨਹੀਂ ਹੈ। ਬਿਲਕੁਲ ਜੀ, ਬਿਲਕੁਲ। ਚੱਲਦੀ ਜਦੋਂ ਵੀ ਕਿਤੇ ਅਣਖਾਂ ਦੀ ਗੱਲ ਉੱਥੇ ਮਿਲਦੀ ਮਿਸਾਲ ਜੀ ਪੰਜਾਬ ਦੀ। ਘੋਲ ਦਿੱਤਾ ਕੀਨੇ ਪੰਜਾਬ ਪਾਣੀਆਂ 'ਚ ਜ਼ਹਿਰ ਕਾਤੋਂ ਹੁੰਦੀ ਜਾਵੇ ਹਾਲਤ ਖਰਾਬ ਜੀ। ਲੰਘ ਗਿਆ ਵੇਲਾ ਫੇਰ ਪਊ ਪਛਤਾਉਣਾ, ਕੋਈ ਇਹੋ ਜਿਹਾ ਅੱਖਰ ਨਾ ਪਾਓ। ਕੌਮ ਦੇ ਉਹ ਹੀਰੇ ਹੋਵੇ, ਗੱਲ ਸੁਣੋ ਵੀਰਿਓ ਵੇ, ਪੱਗ ਸਿਰੋਂ ਲੱਥਣੋਂ ਬਚਾਓ ਵੇ ਵੀਰਿਓ, ਪੱਗ ਸਿਰੋਂ ਲੱਥਣੋਂ ਬਚਾਓ। ਜਿਹੜੇ ਸਿਆਸਤਦਾਨ ਇਹ ਕਹਿੰਦੇ ਨੇ ਕਿ ਕਿਸਾਨੀ ਸੰਘਰਸ਼ ਸਿਰਫ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਕਿਸਾਨ ਕਰ ਰਹੇ ਨੇ, ਇਹ ਬਹੁਤ ਵੱਡਾ ਵਹਿਮ ਹੈ ਜੋ ਉਹ ਲੋਕ ਪਾਲ ਕੇ ਬੈਠੇ ਨੇ। ਕਿਉਂਕਿ ਇਸ ਕਿਸਾਨੀ ਸੰਘਰਸ਼ ਦੇ ਵਿੱਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਵੈਸਟ ਬੰਗਾਲ, ਕਰਨਾਟਕਾ, ਰਾਜਸਥਾਨ, ਕਈ ਸੂਬੇ ਹਿੱਸਾ ਲੈ ਰਹੇ ਨੇ। ਇੱਥੋਂ ਤੱਕ ਕਿ 7 ਸਮੁੰਦਰੋਂ ਪਾਰ ਤੋਂ ਵੀ ਹੁਣ ਨੌਜਵਾਨ ਆ ਰਹੇ ਨੇ ਆਪਣੀ ਮਿੱਟੀ, ਆਪਣੇ ਕਿਸਾਨਾਂ ਦੇ ਲਈ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅਸੀਂ ਕੁੰਡਲੀ ਬਾਰਡਰ ਤੇ ਮੌਜੂਦ ਹਾਂ। ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਪਹੁੰਚੇ ਨੇ। ਹਜ਼ਾਰਾਂ ਟਰੈਕਟਰ ਟਰਾਲੀਆਂ ਇੱਥੇ ਡੇਰਾ ਲਾ ਕੇ ਰੁਕੀਆਂ ਹੋਈਆਂ ਨੇ। ਅਜਿਹੇ ਸਾਡੀ ਮੁਲਾਕਾਤ ਹੁੰਦੀ ਹੈ ਇੱਕ ਨੌਜਵਾਨ ਦੇ ਨਾਲ ਜੋ 7 ਸਮੁੰਦਰੋਂ ਪਾਰ ਤੋਂ ਆਇਆ ਹੈ ਤੇ ਮੁੜ ਕੇ ਨਹੀਂ ਗਿਆ, ਕਿਉਂਕਿ ਉਹ ਕਹਿੰਦਾ ਸਾਡੀ ਕਿਸਾਨੀ, ਸਾਡੀ ਜ਼ਮੀਨ ਸਾਨੂੰ ਸਭ ਤੋਂ ਪਹਿਲਾਂ ਹੈ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਬਾਈ ਜੀ, ਬਹੁਤ ਸਵਾਗਤ ਹੈ ਤੇ ਖਬਰਸਾਰ ਤੇ। ਬਹੁਤ ਬਹੁਤ ਸਵਾਗਤ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਈ ਜੀ ਆਪਣਾ ਸ਼ੁਭ ਨਾਮ ਕੀ ਹੈ? ਜੀ ਮੇਰਾ ਸ਼ੁਭ ਨਾਮ ਹੈ ਗਗਨਪ੍ਰੀਤ ਸਿੰਘ। ਗਗਨ ਭਾਜੀ ਇਹ ਦੱਸੋ ਤੁਸੀਂ ਕਿਹੜੇ ਦੇਸ਼ ਦੇ ਵਿੱਚ ਰਹਿੰਦੇ ਹੋ ਤੇ ਕਿੰਨੇ ਸਾਲ ਤੋਂ ਤੁਸੀਂ ਉੱਥੇ ਹੋ? ਹਾਂਜੀ, ਮੈਂ ਆਸਟ੍ਰੇਲੀਆ ਮੈਲਬਨ ਤੋਂ ਹਾਂ ਤੇ ਮੈਂ ਉੱਥੇ ਪਿਛਲੇ 12 ਸਾਲ ਤੋਂ ਰਹਿ ਰਿਹਾ ਹਾਂ। ਤੇ ਤੁਸੀਂ ਹੁਣ ਇੰਡੀਆ ਕਦੋਂ ਆਏ ਸੀ? ਜੀ ਮੈਂ ਇੰਡੀਆ ਫੈਬਰਵਰੀ ਦੇ ਵਿੱਚ ਆਇਆ ਸੀਗਾ ਜੀ। ਫੈਬ ਦੇ ਵਿੱਚ ਆਏ ਸੀ। ਤੇ ਆਪਣਾ ਪੰਜਾਬ ਦੇ ਵਿੱਚ ਕਿਹੜਾ ਜ਼ਿਲ੍ਹਾ ਪੈਂਦਾ? ਜੀ ਪੰਜਾਬ ਤੋਂ ਮੈਂ ਮੋਗੇ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹਾਂ। ਹਾਂਜੀ। ਤੇ ਸੋਨੂ ਸੂਦ ਭਾਜੀ ਨੇ ਵੀ ਬੜਾ ਨਾਮ ਚਮਕਾਇਆ ਮੋਗੇ ਦਾ, ਕਰੋਨਾ ਵੇਲੇ ਖਾਸ ਕਰ ਬਹੁਤ ਚਮਕਾਇਆ ਉਹਨਾਂ ਨੇ, ਤੇ ਤੁਹਾਡੇ ਤੇ ਵੀ ਸਾਨੂੰ ਬੜਾ ਮਾਣ ਹੈ। ਜੀ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਅੱਛਾ, ਤੁਸੀਂ ਫੈਬ ਦੇ ਵਿੱਚ ਤੁਸੀਂ ਆਏ ਸੀ, ਫਿਰ ਕਰੋਨਾ ਲੱਗਿਆ, ਲਾਕਡਾਊਨ ਕਰਕੇ ਸਟਕ ਤੁਸੀਂ ਹੋ ਗਏ ਹੋਣੇ ਹੋ। ਉਸ ਤੋਂ ਬਾਅਦ ਤੁਸੀਂ ਵਾਪਸ ਪਰਤਣ ਦੀ ਨਹੀਂ ਸੋਚੀ? ਜੀ ਪਰਤਨ ਦੀ ਜ਼ਰੂਰ ਸੋਚੀ, ਪਰ ਜਦੋਂ ਵੀ ਅਸੀਂ ਟਿਕਟ ਕਰਾਈ ਸੀ ਉਹ ਕੈਂਸਲ ਹੋ ਗਈ ਸੀਗੀ। ਪਹਿਲਾਂ ਮੈਂ ਜੂਨ ਦੇ ਵਿੱਚ ਟਿਕਟ ਕਰਾਈ ਸੀ, ਉਹ ਕੈਂਸਲ ਹੋ ਗਈ। ਫਿਰ ਬਾਅਦ 'ਚੋਂ ਅਕਤੂਬਰ ਵਿੱਚ ਕਰਾਈ ਸੀ, ਉਹ ਕੈਂਸਲ ਹੋ ਗਈ। ਅਤੇ ਫਿਰ ਬਾਅਦ 'ਚੋਂ ਅਕਤੂਬਰ ਤੋਂ ਬਾਅਦ 'ਚੋਂ ਫਿਰ ਮੈਂ ਸੋਚਿਆ ਵੀ ਇੱਧਰ ਕਿਸਾਨੀ ਸੰਘਰਸ਼ ਉਦੋਂ ਤੱਕ ਸ਼ੁਰੂ ਹੋ ਗਿਆ ਸੀਗਾ। ਆਪਣੇ ਫਾਰਮਰਸ ਨੇ 3 ਮਹੀਨੇ ਪਹਿਲਾਂ ਹੀ ਇੱਕ ਬਹੁਤ ਹੀ ਪੀਸਫੁਲ ਪ੍ਰੋਟੈਸਟ ਸ਼ੁਰੂ ਕੀਤਾ ਸੀਗਾ ਅਤੇ ਜਿਹਦੇ ਵਿੱਚ ਉਹਨਾਂ ਨੂੰ ਕੋਈ ਵੱਡੀ ਹਾਸਲ ਨਹੀਂ, ਸਰਕਾਰਾਂ ਨੇ ਉਹ ਜਮਾਂ ਹੀ ਉਹਨਾਂ ਨੂੰ ਗੋਲਿਆ ਨਹੀਂ, ਹੈ ਨਾ। ਅਤੇ ਫਿਰ ਫਾਰਮਰਸ ਨੇ ਸੋਚਿਆ ਵੀ ਇਹ ਪ੍ਰੋਟੈਸਟ ਅੱਗੇ ਲੈ ਕੇ ਜਾਇਆ ਵੀ 26-27 ਨੂੰ ਦਿੱਲੀ ਵੱਲ ਕੂਚ ਕੀਤੀ ਜਾਊਗੀ। ਅਤੇ ਮੈਂ ਬਹੁਤ ਹੀ ਸੁਭਾਗ ਭਰਾ ਵੀ ਮੈਂ ਵੀ ਇਹਨਾਂ ਦੇ ਨਾਲ ਜੁੜਿਆ ਵਾਂ। ਹਾਂਜੀ। ਅੱਛਾ, ਫਿਰ ਜਦੋਂ ਤੁਹਾਨੂੰ ਪਤਾ ਲੱਗਿਆ 26-27 ਨੂੰ ਵੀ ਦਿੱਲੀ ਵੱਲ ਨੂੰ ਕੂਚ ਹੋਣਾ ਹੈ, ਫਿਰ ਤੁਸੀਂ ਗਏ ਨਹੀਂ? ਤੁਸੀਂ ਬਾਹਰ ਕਹਿੰਦੇ ਆਸਟ੍ਰੇਲੀਆ ਬਾਅਦ ਜਾਵਾਂਗੇ, ਪਹਿਲਾਂ ਦਿੱਲੀ ਵਾਲੇ ਪਾਸੇ ਨੂੰ ਚੱਲੀਏ ਹੈ? ਜੀ ਜ਼ਰੂਰ, ਮੇਰਾ ਦੇਖ ਲਓ ਮੇਰਾ ਪ੍ਰੋਫੈਸ਼ਨ ਨਹੀਂ ਹੈਗਾ, ਪਰ ਮੈਨੂੰ ਪਤਾ ਹੈ ਹਰ ਵਰਗ ਇਸ ਕੜੀ ਨਾਲ ਜੁੜਿਆ ਹੋਇਆ। ਕੜੀ ਦਰ ਕੜੀ ਫਾਰਮਰਸ ਨਾਲ ਆਪਾਂ ਸਭ ਜੁੜੇ ਹੋਏ ਹਾਂ। ਵੱਡੇ ਘਰਾਣੇ ਤੋਂ ਲੈ ਕੇ ਛੋਟੇ ਘਰਾਣੇ ਸਭ ਆਪਾਂ ਫਾਰਮਰਸ ਨਾਲ ਜੁੜੇ ਹੋਏ ਹਾਂ। ਕਿਉਂਕਿ ਜਦੋਂ ਆਪਾਂ ਦੇਖਿਆ, ਕਿਉਂਕਿ ਖਾਣਾ ਪੀਣਾ ਆਪਣਾ ਮੇਨ ਆ। ਜੇ ਆਪਾਂ ਇਹਨਾਂ ਤੋਂ ਟੁੱਟ ਜਾਵਾਂਗੇ, ਕਿਉਂਕਿ ਆਪਾਂ ਸਾਰੀ ਕਮਾਈ ਆਪਾਂ ਆਪਣੇ ਖਾਣ ਪੀਣ ਪਿੱਛੇ ਹੀ ਕਰਦੇ ਹਾਂ, ਅਤੇ ਜੇ ਬਾਕੀ ਸਾਰੀਆਂ ਚਕਾ ਚੌਂਟਾਂ ਦਾ ਸਭ ਇੱਕ ਵਹਿਮ ਭਰਮ ਹੀ ਹੈ ਲੋਕਾਂ ਦੇ। ਅਤੇ
ਤੇ ਜਿਹੜੀਆਂ ਆਪਾਂ ਨੂੰ ਕਦੇ ਵੀ ਮੈਂਟਲ ਪੀਸ ਨਹੀਂ ਦੇਣਗੀਆਂ। ਸੋ ਮੇਰੇ ਹਿਸਾਬ ਨਾਲ ਵੀ ਇਹ ਜਿਹੜਾ ਸੰਘਰਸ਼ ਆ, ਇਹ ਸੰਘਰਸ਼ ਨਾਲ ਹਰ ਵਰਗ ਜੁੜਿਆ ਹੋਇਆ, ਗਰੀਬ ਤੋਂ ਲੈ ਕੇ, ਕਿਉਂਕਿ ਹੁਣ ਦੇਖਣ ਨੂੰ ਇਹ ਆ ਰਿਹਾ ਕਿ ਲੋਕੀ ਬਹੁਤ ਹੋਰ ਕੜੀਆਂ ਨਾਲ ਜੁੜ ਰਹੀਆਂ, ਯਾਨੀ ਕਿ ਹਰ ਗਰੀਬ ਵਰਗ ਨਾਲ ਆ ਰਿਹਾ ਵਾ, ਜਿਨ੍ਹਾਂ ਨੂੰ ਇਨਜਸਟਿਸ ਤੇ ਇਨਇਕੁਆਲਿਟੀਜ਼ ਆਪਾਂ ਨੂੰ ਜਿਨ੍ਹਾਂ ਨੂੰ ਫੇਸ ਕਰਨ ਦਾ ਹਨਾ ਦੇਖ ਰਹੇ ਆ ਆਪਾਂ। ਤੇ ਹੁਣ ਤੱਕ ਜਦੋਂ ਦੀ ਮੋਦੀ ਸਰਕਾਰ ਆਈ ਆ, ਉਦੋਂ ਤੱਕ ਜਦੋਂ ਜਿਹੜਾ ਵੀ ਬਿੱਲ ਉਹਨਾਂ ਨੇ ਪਾਸ ਕੀਤਾ ਵਾ, ਉਹਦਾ ਸੱਤਿਆਨਾਸ਼ ਹੀ ਬੇੜਾ ਹੋਇਆ ਵਾ। ਮਤਲਬ ਕਿ ਕੋਈ ਦੇਖਣ ਵਾਲੀ ਗੱਲ ਨਹੀਂ। ਇਹ ਸੇਮ ਮੇਰੇ ਹਿਸਾਬ ਨਾਲ ਹਿਟਲਰ ਦਾ ਰਾਜ ਆ, ਜਿਵੇਂ ਕਾਰਪੋਰੇਟ ਘਰਾਣਿਆਂ ਨੂੰ ਬਸ ਫਾਇਦਾ ਪਹੁੰਚਾਉਣਾ ਚਾਹੁੰਦੇ ਆ। ਤੇ ਇਹ ਆਮ ਜਿਹੜੇ ਵਿਚਾਰੇ ਗਰੀਬ ਵਰਗ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਮੈਂ ਕੀ ਗੱਲ ਕਰ ਰਿਹਾ, ਇਹ ਕਾਰਪੋਰੇਟ ਕੀ ਜਾਂ ਕੀ। ਅਸਲ ਦੇ ਵਿੱਚ ਕਾਰਪੋਰੇਟ, ਮੇਰੇ ਕਹਿਣ ਦਾ ਮਤਲਬ ਵੀ ਕਾਰਪੋਰੇਟ ਜਿਹੜੇ ਆਪਣੇ ਉੱਪਰ ਬੈਠੇ ਨੇ, ਜਿਹੜੇ ਪ੍ਰਾਈਵੇਟਾਈਜ਼ ਕਰ ਰਹੇ ਆ ਹਰ ਚੀਜ਼ ਨੂੰ, ਈਵਨ ਤੱਕ ਕਿ ਹੌਲੀ ਹੌਲੀ ਉਹ ਸਰਕਾਰੀ ਜੌਬਾਂ ਨੂੰ ਵੀ ਖਤਮ ਕਰ ਦੇਣ, ਜਿਹੜੇ ਸਿਸਟਮ ਨੂੰ ਮੈਨੇਜ ਕਰ ਰਹੇ ਇੰਡਾਇਰੈਕਟਲੀ ਕਰ ਰਹੇ ਨੇ ਇੰਡਾਇਰੈਕਟਲੀ। ਹਾਂਜੀ ਜ਼ਰੂਰ ਇਹੀ ਕਹਿਣਾ ਚਾਹੂੰਗਾ ਮੈਂ। ਅੱਛਾ ਭਾਜੀ, ਜਿਵੇਂ ਤੁਸੀਂ ਕਿਹਾ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋ, 12 ਸਾਲ ਹੋ ਗਏ ਹੈ, ਚਲੋ ਉੱਥੇ ਹਾਰਡ ਵਰਕ ਉੱਥੇ ਵੀ ਕਰਨਾ ਪਿਆ, ਮਿਹਨਤ ਜਿੱਥੇ ਵੀ ਜਾਓਗੇ ਕਰਨੀ ਪੈਣੀ ਹੈ। ਬਿਨਾਂ ਮਿਹਨਤ ਤੋਂ ਤਾਂ ਦੇਖੋ ਨਾ ਪੈਸੇ ਮਿਲਦੇ ਨੇ ਨਾ ਰੋਟੀ ਮਿਲਦੀ ਹੈ। ਲੇਕਿਨ ਉੱਥੇ ਤੁਸੀਂ ਰਾਤ ਨੂੰ ਜਦੋਂ ਆਪਣਾ ਕੰਮ ਤੋਂ ਆ ਕੇ ਤੁਸੀਂ ਸੌਂਦੇ ਹੋਵੋਗੇ ਤੇ ਤੁਸੀਂ ਹੁਣ ਟਰਾਲੀਆਂ ਦੇ ਵਿੱਚ ਸੌ ਰਹੇ ਹੋ, ਕਿੰਨਾ ਕੁ ਫਰਕ ਤੁਹਾਨੂੰ ਮਹਿਸੂਸ ਹੁੰਦਾ? ਜੀ ਇਹੋ ਜੀ ਕੋਈ ਗੱਲ ਨਹੀਂ, ਅਸੀਂ ਆਪਦੀ ਮਾਂ ਧਰਤੀ ਨਾਲ ਜੁੜੇ ਹੋਏ ਆ ਪੰਜਾਬ ਤੋਂ ਸ਼ੁਰੂ ਤੋਂ ਹੀ। ਤੇ ਜਿਸ ਹਿਸਾਬ ਨਾਲ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਆਪਣੇ ਪੰਜਾਬ ਦੇ ਨੌਜਵਾਨ ਪਹਿਲਾਂ ਤਾਂ ਨਸ਼ਿਆਂ ਵਿੱਚ ਰੋੜ ਦਿੱਤੇ ਗਏ, ਫਿਰ ਅੱਧਿਆਂ ਨੂੰ ਜਾਣ ਕੇ ਇੱਥੇ ਕੋਈ ਕੰਮ ਨਹੀਂ, ਕੋਈ ਕਾਰ ਨਹੀਂ, ਸਾਨੂੰ ਜਾਣ ਬੁੱਝ ਕੇ ਡੈਲੀਬਰੇਟਲੀ ਸਾਨੂੰ ਮਤਲਬ ਕਿ ਫੋਰਸਫੁਲੀ ਮੇਰੇ ਹਿਸਾਬ ਨਾਲ ਵੀ ਆਪਾਂ ਇਹਨੂੰ ਕਹਿ ਸਕਦੇ ਵੀ ਜਦੋਂ ਇੱਥੇ ਪੰਜਾਬ ਦੇ ਵਿੱਚ ਕੁਛ ਕਰਨ ਨੂੰ ਬਚਿਆ ਹੀ ਨਹੀਂ ਤੇ ਸਾਨੂੰ ਬਾਹਰ ਹੀ ਜਾਣਾ ਪਵੇਗਾ। ਤੇ ਮੈਂ ਕਹਿੰਦਾ ਪਰਮਾਤਮਾ ਦਾ ਇਹ ਵੀ ਸ਼ੁਕਰ ਹੋਇਆ ਵੀ ਪੰਜਾਬ ਦੇ ਵਿੱਚ ਆਪਣੇ ਕਿੰਨੇ ਹੀ ਨੌਜਵਾਨ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਆ, ਵੱਡੇ ਉਹਨਾਂ ਨੇ ਮੁਕਾਮ ਹਾਸਲ ਕੀਤੇ ਆ। ਤੇ ਹੁਣ ਆਪਣੇ ਪੰਜਾਬ ਦਾ ਹੀ ਨਹੀਂ, ਉਹ ਸਾਰੇ ਆਪਣੇ ਹਰ ਵਰਗ ਦਾ ਸੋਚਦੇ ਆ, ਹਰ ਗਰੀਬ ਦੀ ਇਨਇਕੁਆਲਿਟੀ ਬਾਰੇ ਸੋਚਦੇ ਆ। ਇਹੀ ਮੇਰੇ ਹਿਸਾਬ ਨਾਲ ਆਪਾਂ ਨੂੰ ਆਪਣੇ ਗੁਰੂ ਮਹਾਰਾਜ ਨੇ ਇਸ ਕਰਕੇ ਸਿਖਾਇਆ ਗਿਆ ਵਾ। ਮੈਂ ਤੁਹਾਨੂੰ ਸਵਾਲ ਇਸ ਕਰਕੇ ਕੀਤਾ ਸੀਗਾ ਬਈ ਤੁਸੀਂ ਹੁਣ ਟਰਾਲੀ ਵਿੱਚ ਜਦੋਂ ਸੌਂਦੇ ਹੋ ਜਾਂ ਤੁਹਾਨੂੰ ਆਸਟ੍ਰੇਲੀਆ ਵਾਲੀ ਯਾਦ, ਕਿਉਂਕਿ ਮੇਰੇ ਖਿਆਲ ਦੇ ਵਿੱਚ ਸ਼ਾਇਦ ਉਹ ਜਿਹੜੇ ਮਖਮਲੀ ਗੱਦੇ ਵੀ ਹੋਣਗੇ ਉਹ ਵੀ ਇੰਨਾ ਸਕੂਨ ਨਹੀਂ ਦਿੰਦੇ ਹੋਣਗੇ ਜਿੰਨਾ ਸਕੂਨ ਇੱਥੇ ਹੁਣ ਆਪਣੇ ਹੱਕਾਂ ਦੇ ਲਈ ਲੜ ਕੇ ਰਾਤ ਨੂੰ ਟਰਾਲੀ ਦੇ ਵਿੱਚ ਸੌਣ ਦਾ ਮਜ਼ਾ ਆਉਂਦਾ ਹੋਣਾ। ਜੀ ਬਿਲਕੁਲ, ਇਹ ਤਾਂ ਗੱਲ ਸਹੀ ਹੈ ਜੀ। ਭਲਾ ਅਸੀਂ ਉੱਥੇ ਮਖਮਲੀ ਬੈੱਡਾਂ ਦੇ ਸੌਂਦੇ ਰਹੇ ਆ ਜਿਵੇਂ ਵੀ ਆ, ਪਰ ਉੱਥੇ ਵੀ ਆਏ ਆ ਵੀ ਹਾਰਡ ਵਰਕ ਕਰਨਾ ਪੈਂਦਾ। ਹਰ ਰੋਜ਼ ਜ਼ਿੰਦਗੀ ਦੀ ਜਸਤਜੂ ਦੇ ਵਿੱਚ ਲੱਗੇ ਹੋਏ ਹੋ। ਉੱਧਰ ਦੀ ਸਰਕਾਰਾਂ ਨੇ ਵੀ ਤੁਹਾਨੂੰ ਐਸਾ ਮਤਲਬ ਕਿ ਇੰਨਾ ਕੁ ਜ਼ਿਆਦਾ ਤੁਹਾਨੂੰ ਹਾਰਡ ਵਰਕ ਕਰਨਾ ਪੈਂਦਾ ਵਾ, ਪਰ ਫਿਰ ਵੀ ਤੁਹਾਡੇ ਕੋਲ ਉਹ ਮੈਂਟਲ ਪੀਸ ਮੇਰੇ ਹਿਸਾਬ ਨਾਲ ਨਹੀਂ ਉੱਧਰਲੇ ਲੋਕਾਂ ਕੋਲ ਹੈ, ਕਿਉਂਕਿ ਉਹ ਉੱਥੇ ਲੋਕਾਂ ਨੂੰ ਸਿਖਾਇਆ ਗਿਆ ਕਿ ਤੁਸੀਂ ਬਸ ਪੈਸਾ ਕਮਾਓ ਤੇ ਗੱਡੀਆਂ ਲਓ, ਮਹਿੰਗੀਆਂ ਗੱਡੀਆਂ ਲਓ, ਮਹਿੰਗੇ ਘਰ ਲਓ, ਤੇ ਉਹ ਤੁਸੀਂ ਮਤਲਬ ਕਿ ਪ੍ਰਾਈਵੇਟ ਕਾਰਪੋਰੇਸ਼ਨ ਨੂੰ ਉਹਨਾਂ ਨੂੰ ਤੁਸੀਂ ਫਾਇਦਾ ਉਠਾਓ। ਤਾਂ ਤੁਹਾਡੀ ਆਪਦੀ ਮੈਂਟਲ ਪੀਸ ਨਹੀਂ ਹੈਗੀ। ਕੋਈ ਉੱਥੇ ਰਿਲੇਸ਼ਨਸ਼ਿਪ ਲੋਕਾਂ ਦੇ ਬਹੁਤ ਆਪਾਂ ਨੂੰ ਵਿਗੜਨ ਨੂੰ ਮਿਲਦੇ ਆ, ਬਾਹਰਲੇ ਦੇਸ਼ਾਂ ਨੂੰ ਵੱਧ ਮਿਲਦੇ ਆ। ਉਹ ਕਿਉਂਕਿ ਲੋਕਾਂ ਨੂੰ ਉੱਥੇ ਉਲਝਾਇਆ ਜਾਂਦਾ ਵਾ, ਤੇ ਉਹੀ ਇਹ ਚੀਜ਼ ਇੱਥੇ ਲਿਆਉਣਾ ਚਾਹੁੰਦੇ ਆ, ਆਪਣੇ ਵਿਰਸੇ ਨੂੰ ਇਹਨਾਂ ਸਾਰਿਆਂ ਨੂੰ ਖਤਮ ਕਰ ਦੇਣਾ ਚਾਹੁੰਦੇ ਆ। ਤੇ ਅੱਜ ਮੇਰੇ ਖਿਆਲ ਤੁਹਾਨੂੰ ਸਕੂਨ ਦਾ ਜ਼ਰੂਰ ਇੱਕ ਰੂਹ ਨੂੰ ਤਸੱਲੀ ਹੋਏਗੀ ਕਿ ਮੈਂ ਪੰਜਾਬ ਦੇ ਲਈ ਸੰਘਰਸ਼ ਦੇ ਵਿੱਚ ਅੱਜ ਆਪਣਾ ਵੀ ਬਣਦਾ ਯੋਗਦਾਨ ਦਿੱਤਾ। ਬਿਲਕੁਲ, ਮੈਂ ਇਹ ਨਾ ਹੁਣ ਮੈਂ ਕਹਿ ਦਈਏ ਵੀ ਆਪਾਂ ਦਿਲ ਖੋਲ ਕੇ ਦਿਖਾ ਨਹੀਂ ਸਕਦੇ। ਇਹ ਵਾਕਈ ਬਹੁਤ ਮੇਰੇ ਦਿਲ ਨੂੰ ਸਕੂਨ ਮਿਲਿਆ। ਮਤਲਬ ਮੈਂ ਮਰਦੇ ਦਮ ਤੱਕ ਮਤਲਬ ਕਿ ਆਪਦੀ ਕਿਉਂਕਿ ਹਮੇਸ਼ਾ ਮੈਨੂੰ ਰਹਿੰਦਾ ਸੀ ਮੈਂ ਕੁਛ ਕਰਾਂ, ਕਿਉਂਕਿ ਇਹ ਜਸਤਜੂ ਬਹੁਤ ਚਿਰ ਤੋਂ ਹੀ ਹਰ ਬੰਦੇ ਦੇ ਇਨਸਾਨ ਦੇ ਵਿੱਚ ਹੈਗੀ ਆ ਕਿ ਆਪਣੇ ਦੇਸ਼ ਦੇ ਵਿੱਚ ਸੁਧਾਰ ਨਹੀਂ ਹੋ ਰਿਹਾ। ਤੇ ਹੁਣ ਮੇਰੇ ਹਿਸਾਬ ਨਾਲ ਉਹ ਮੌਕਾ ਮਿਲਿਆ ਵਾ, ਤੇ ਉਹ ਹਰ ਵਰਗ ਨੂੰ, ਮੈਂ ਉਹੀ ਵਾਰ-ਵਾਰ ਕਹਿਣਾ ਚਾਹੁੰਦਾ ਵੀ ਹਰ ਵਰਗ ਨੂੰ ਜਾਣਨਾ ਚਾਹੀਦਾ ਵਾ। ਭਲਾ ਉਹ ਕਿਸਾਨ ਆ, ਭਲਾ ਉਹ ਲੋਕਲ ਦੁਕਾਨਦਾਰ ਆ, ਭਲਾ ਉਹ ਗਵਰਨਮੈਂਟ EMPLOYE ਆ, ਕਿਉਂਕਿ ਸਾਡਾ ਸਿਸਟਮ ਸਾਰਾ ਕਰਪਟ ਹੋ ਚੁੱਕਾ ਵਾ। ਇਹ ਜਿਹੜਾ ਸਰਕਾਰੀ ਸਿਸਟਮ ਆ ਉਹ ਸਾਰਾ ਇੱਥੋਂ ਪਤਾ ਲੱਗਦਾ ਵੀ ਸਾਰਾ ਕੋਲੈਪਸ ਹੋ ਰਿਹਾ ਵਾ। ਮੇਰੇ ਹਿਸਾਬ ਨਾਲ ਹਰ ਮਿਨਿਸਟਰ ਨੂੰ, ਹਰ ਛੋਟੇ ਮੋਟੇ ਜਿਹੜੇ ਵੀ ਹੋਰ EMPLOYES ਆ, ਗਵਰਨਮੈਂਟ EMPLOYES ਆ, ਉਹਨਾਂ ਸਾਰਿਆਂ ਨੂੰ ਉੱਠ ਕੇ ਅੱਗੇ ਆਉਣਾ ਚਾਹੀਦਾ ਤੇ ਇਸ ਕਰਪਟ ਸਿਸਟਮ ਬਾਰੇ ਦੱਬ ਕੇ ਅੰਦੋਲਨ ਕਰਨਾ ਚਾਹੀਦਾ ਵਾ। ਬਿਲਕੁਲ, ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਅੱਗੇ ਗੱਲਬਾਤ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਤੁਸੀਂ ਬਾਈ ਜੀ ਉਹਨਾਂ ਨੂੰ ਕਿਹਾ ਨਹੀਂ ਵੀ ਤੂੰ ਛੱਡ ਪਰੇ, ਆਸਟ੍ਰੇਲੀਆ ਤੋਂ ਆਇਆ, ਕਿੱਥੇ ਉੱਥੇ ਜਾ ਕੇ ਸੜਕਾਂ 'ਤੇ ਧੱਕੇ ਖਾਏਂਗਾ? ਕਿਹਾ ਤਾਂ ਅਸੀਂ ਵੀ ਨਹੀਂ, ਵੀ ਕਿਉਂਕਿ ਸਾਨੂੰ ਵੀ ਜ਼ਰੂਰਤ ਆ ਜੀ ਨਾਲ ਅੱਜ ਕੱਲ੍ਹ ਨੌਜਵਾਨ ਦੀ, ਇਸੇ ਕਰਕੇ ਨਾਲ ਫਿਰ ਨੌਜਵਾਨ ਦੀ ਵੀ ਜ਼ਰੂਰਤ ਹੈ ਤੇ ਦੂਜੀ ਸੋਚ ਦੀ ਵੀ ਜ਼ਰੂਰਤ ਹੈ ਨਾਲ ਕੰਮ ਕਰਨ ਦੀ। ਇਸ ਕਰਕੇ ਫਿਰ ਅਸੀਂ ਨਾਲ ਰੱਖਿਆ, ਵੈਸੇ ਪਿੱਛੇ ਰੱਖੀਦਾ ਇਸ ਤਰ੍ਹਾਂ ਜਵਾਨਾਂ ਨੂੰ ਜਿੰਨਾ ਹੋ ਸਕਦਾ ਕਿ ਜਿੰਨਾ ਸੋਚ ਸਮਝ ਦੇ ਨਾਲ ਆਪ ਜਿੰਨਾ ਵੀ ਹੋ ਸਕਦਾ ਅੱਗਾ ਪਿੱਛਾ ਕਰਕੇ। ਪਰ ਜ਼ਰੂਰਤ ਹੈ ਜੀ, ਅੱਜ ਜੇ ਜਵਾਨਾਂ ਨੂੰ ਅਸੀਂ ਪਿੱਛੇ ਕਰ ਦਿੰਦੇ ਆ ਫਿਰ ਸਾਡੇ ਕੋਲ ਬਾਅਦ ਦੇ ਵਿੱਚ ਸੋਚਣ ਦਾ ਕੋਈ ਰਹਿ ਨਹੀਂ ਜਾਂਦਾ। ਫਿਰ ਜਵਾਨਾਂ ਨੂੰ ਤਾਂ ਜ਼ਰੂਰੀ ਆ ਅੱਜ ਕੱਲ੍ਹ ਨਾਲ। ਹਾਂਜੀ ਨਹੀਂ, ਚੰਗੀ ਗੱਲ ਹੈ, ਕਿਉਂਕਿ ਦੇਖੋ ਜੋਸ਼ ਦੇ ਨਾਲ ਹੋਸ਼ ਦਾ ਹੋਣਾ ਵੀ ਬੜਾ ਜ਼ਰੂਰੀ ਹੈ। ਜੇ ਭਾਈ ਹੋਣਾ ਜੋਸ਼ ਹੈਗਾ ਤਾਂ ਤੁਹਾਡੇ 'ਚ ਹੋਸ਼ ਹੈਗਾ, ਤੁਸੀਂ ਤਜਰਬਾ ਹੈ ਤੁਹਾਡੇ ਕੋਲ ਇੱਕ ਨਾ, ਤੇ ਗੱਲਬਾਤ ਹੁੰਦੀ ਰਹਿੰਦੀ ਹੈ। ਤੇ ਹੁਣ ਜਦੋਂ ਦੇ ਇੱਥੇ ਆਏ ਨੇ, ਭਾਜੀ ਨੇ ਕਦੇ ਕਿਹਾ ਤਾਂ ਨਹੀਂ ਵੀ ਔਖਾ ਹੁੰਦਾ ਹੈ ਰਹਿਣ ਦਾ, ਔਖਾ ਹੈ ਜਾਂ ਕਿਸੇ ਚੀਜ਼ ਦਾ ਔਖਾ ਹੈ? ਨਹੀਂ ਜੀ,
ਕੋਈ ਕਿਹਾ ਨਹੀਂ। ਬਾਕੀ ਇੱਥੇ ਔਖੇ ਹੋਣ ਵਾਲੀ ਗੱਲ ਹੀ ਨਹੀਂ, ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਜੀ ਇੱਥੇ ਤੁਸੀਂ ਦੇਖਦੇ ਹੀ ਆ, ਕਿਸੇ ਚੀਜ਼ ਦੀ ਕਮੀ ਨਹੀਂ ਹੈ ਨਾ ਜੀ। ਗੁਰੂ ਕਿਰਪਾ ਬਾਬੇ ਨਾਨਕ ਦੀ ਐਸੀ ਕਿਰਪਾ ਹੋਈ ਇੱਥੇ ਜੀ। ਬਸ ਜਦੋਂ ਆਏ ਉਦੋਂ ਤਾਂ ਕੋਈ ਵੀ ਦੁੱਖ ਸੁੱਖ ਤਾਂ ਹੁੰਦਾ ਹੀ ਜੀ, ਪਰ ਅੱਜ ਦੁੱਖ ਹੈ, ਕੱਲ ਨੂੰ ਸੁੱਖ ਵੀ ਮਿਲੂਗਾ ਜੀ। ਦੁੱਖ ਦੇ ਨਾਲ ਹੀ ਸੁੱਖ ਹੈ ਜੀ। ਲੇਕਿਨ ਮੈਂ ਦੇਖ ਰਿਹਾ ਹਾਂ ਕਿ ਇੱਥੇ ਨਾ ਖੁੱਲੇ ਲੰਗਰ ਲੱਗੇ ਹੋਏ ਨੇ। ਖੁੱਲੇ ਲੰਗਰ ਮਤਲਬ ਤੁਸੀਂ ਕਹਿ ਲਓ ਬਾਬਾ ਨਾਨਕ ਜਿਹੜਾ ਲੰਗਰ 20 ਰੁਪਏ ਦਾ ਲਾ ਕੇ ਗਏ ਸੀ ਨਾ, ਉਹ ਲੰਗਰ ਹੁਣ ਤੱਕ ਮਗੀ ਐਸਾ ਚੱਲ ਰਿਹਾ ਹੈ ਕਿ ਹਰ ਇੱਕ ਬੰਦਾ ਜਿਹੜਾ ਦਿੱਲੀ ਦਾ ਵਸਨੀਕ ਵੀ ਹੈਗਾ, ਮੈਂ ਕਈ ਅਜਿਹੇ ਬੰਦੇ ਦੇਖੇ ਨੇ ਜੋ ਪੰਜਾਬੀ ਨਹੀਂ, ਮੈਂ ਨਹੀਂ ਕਹਿੰਦਾ ਕਿ ਪੰਜਾਬੀ ਨਹੀਂ ਤਾਂ ਇੱਥੇ ਨਾ ਆਵੇ। ਲੰਗਰ ਸਾਰਿਆਂ ਦੇ ਲਈ ਹੈ। ਬਾਬਾ ਜੀ ਸਰਬੱਤ ਦਾ ਭਲਾ ਕਹਿੰਦੇ ਸੀ, ਉਹ ਹੋ ਵੀ ਰਿਹਾ ਹੈ, ਕੋਸ਼ਿਸ਼ ਵਿੱਚ ਹੈ ਪੰਜਾਬੀਆਂ ਦੀ ਸਰਬੱਤ ਦਾ ਭਲਾ ਹੋਵੇ। ਤੇ ਅਟੂਟ ਲੰਗਰ ਇੱਥੇ ਚੱਲਦਾ ਪਿਆ, ਮਤਲਬ ਕਿ ਰੁਕਦਾ ਨਹੀਂ ਪਿਆ, ਲਗਾਤਾਰ ਨਿਰੰਤਰ ਜਾਰੀ ਹੈ। ਤੇ ਬਾਈ ਜੀ ਹੋਣੀ ਵੀ ਨਾਲੇ। ਭਾਜੀ ਹਰਿਆਣਾ ਸਰਕਾਰ ਨੇ ਕਸਰ ਕੋਈ ਛੱਡੀ ਨਹੀਂ ਰੁਕਾਵਟਾਂ ਪਾਉਣ ਦੇ ਲਈ, ਚਾਹੇ ਉਹ ਟੋਏ ਪੱਟਣ ਦੀ ਗੱਲ ਹੋਵੇ, 10-10 ਫੁੱਟ ਡੂੰਘੇ ਵੀ ਪੱਟੇ ਨੇ ਸਾਡੇ ਨੌਜਵਾਨਾਂ ਨੇ, ਵੀਰਾਂ ਨੇ, ਬਜ਼ੁਰਗਾਂ ਨੇ ਹੱਥਾਂ ਦੇ ਨਾਲ ਉਹ ਭਰੇ ਨੇ ਸਾਰੇ। ਚਾਹੇ ਕੰਡਿਆਲੀ ਤਾਰ ਵੀ ਵਿਛਾਈ ਹੋਵੇ, ਚਾਹੇ ਬੈਰੀਗੇਟਿੰਗ ਕੀਤੀ ਹੋਵੇ, ਚਾਹੇ ਪਾਣੀ ਦੀਆਂ ਬੌਛਾੜਾਂ ਹੋਣ, ਪਰ ਪੰਜਾਬੀ ਅੱਜ ਦਿੱਲੀ ਦੀ ਹਿੱਕ ਤੇ ਬੈਠੇ ਨੇ। ਤੇ ਹਰਿਆਣੇ ਸਰਕਾਰ ਨੇ ਕਸਰ ਨਹੀਂ ਛੱਡੀ। ਕਸਰ ਵੈਸੇ ਹਰਿਆਣੇ ਦੇ ਲੋਕਾਂ ਨੇ ਵੀ ਨਹੀਂ ਛੱਡੀ ਹੈ, ਸੁਣਿਆ ਫੁੱਲ ਬਹੁਤ ਬਰਸਾਏ ਨੇ। ਬਾਈ ਜੀ ਇਹ ਮੇਰੇ ਹਿਸਾਬ ਨਾਲ 237 ਸਾਲ ਬਾਅਦ ਮੌਕਾ ਆਇਆ। ਪਿਛਲੀ ਜਿਹੜੀ ਪੰਜਾਬ ਨੇ ਚੜ੍ਹਾਈ ਦਿੱਲੀ ਤੇ ਕੀਤੀ ਸੀ ਉਹ 1780-80 ਦੇ ਕਰੀਬ ਕੀਤੀ ਸੀਗੀ। ਤੇ ਆਪਾਂ ਜੇ ਐਗਜ਼ੈਕਟ ਦੇ ਵਿੱਚ ਵੇਖੀਏ ਵੀ ਇਹਦੇ ਵਿੱਚ ਆਪਾਂ ਨੂੰ ਖੱਟੜ ਸਾਹਿਬ ਨੇ ਬਹੁਤ ਫਾਇਦਾ ਦਿੱਤਾ, ਕਿਉਂਕਿ ਜੇ ਆਪਾਂ ਸਿੱਧਾ ਆ ਜਾਂਦੇ ਤਾਂ ਆਪਾਂ ਨੂੰ ਹਰਿਆਣਾ ਦੇ ਜਿਹੜੇ ਮੇਰੇ ਛੋਟੇ ਭਰਾ ਜਾਂ ਜਿਹੜੇ ਵੀ ਇੱਥੇ ਵੀਰ ਆ ਉਹਨਾਂ ਦਾ ਇੰਨਾ ਜਿਹੜਾ ਮੋਹ ਆ ਪਤਾ ਨਹੀਂ ਲੱਗਣਾ ਸੀ। ਤੇ ਉਹ ਜਿਹੜਾ ਆਪਣੀ ਪੀੜ੍ਹੀ 84 'ਚ ਇਹਨਾਂ ਨੇ ਸਾਖ ਪੱਗ ਨੂੰ ਧੱਕਾ ਲਾਇਆ ਸੀਗਾ, ਉਹ ਦੁਬਾਰਾ ਬਹਾਲ ਹੋਈ ਆ ਵੀ ਪੰਜਾਬੀ ਜਿਹੜੀ ਗੱਲ ਕਹਿੰਦੇ ਆ ਉਹ ਕਰਦੇ ਆ। ਤੇ ਸਾਡਾ ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਆ ਨਿਰਭਉ ਨਿਰਵੈਰ, ਸਾਨੂੰ ਕਿਸੇ ਨਾਲ ਵੈਰ ਨਹੀਂਗਾ, ਸਾਨੂੰ ਕਿਸੇ ਤੋਂ ਭੈ ਨਹੀਂਗਾ। ਜਿਹੜਾ ਸਾਨੂੰ ਭੈ ਦਿਖਾਊਗਾ ਉਹਦੇ ਨਾਲ ਅਸੀਂ ਉਵੇਂ ਹੀ ਟੱਕਰਾਂਗੇ ਜਿਵੇਂ ਉਹ ਚਾਹੁੰਦਾ ਵਾ। ਤੇ ਇਹ ਕੁਰਬਾਨੀਆਂ ਦਾ ਇਤਿਹਾਸ ਆ, ਜੇ ਕਹੀਏ ਸਰਾਭੇ ਵੇਲੇ ਕਹਿ ਲਈਏ, ਉਦੋਂ ਪਿੱਛੇ ਕਹਿ ਲਓ, ਗੁਰੂਆਂ ਵੇਲੇ ਕਹਿ ਲਓ, ਇਹ ਤਾਂ ਪੀੜ੍ਹੀ ਦਰ ਪੀੜ੍ਹੀ ਉਹੀ ਸਿਸਟਮ ਤੁਰਿਆ ਆਉਂਦਾ ਵਾ। ਤੇ ਸਾਡੀ ਜਿਹੜੀ એનર્ਜੀ ਆ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਆ ਤੇ ਬਹੁਤ ਇੱਥੇ ਆ ਕੇ ਸਿੱਖਣ ਨੂੰ ਮਿਲਦਾ, ਕਿਉਂਕਿ ਇਹ ਮੈਨੂੰ ਤਾਂ ਇਹ ਸਕੂਲ ਲੱਗਦਾ ਵਾ। ਕਿਉਂਕਿ ਇੰਨੇ ਹਜ਼ਾਰਾਂ ਬੰਦੇ ਤੁਹਾਨੂੰ ਮਿਲਦੇ ਆ ਜੀ, ਹਜ਼ਾਰਾਂ ਬੰਦਿਆਂ ਦੀ ਪ੍ਰਤੀਕਿਰਿਆਵਾਂ ਸਾਨੂੰ ਮਿਲਦੀਆਂ, ਜਿੱਥੇ ਜਿਹੜੇ ਅਸੀਂ ਟੀਵੀ ਤੇ ਵੇਖਦੇ ਹੁੰਦੇ ਸੀਗੇ ਸੁਖਪ੍ਰੀਤ ਉੱਘੋ ਕੇ ਜਾਂ ਕੋਈ ਬੀਰ ਸਿੰਘ ਜਾਂ ਕੋਈ ਉਹ ਜਿਹੜੇ ਮਤਲਬ ਚੀਜ਼ ਦਾ, ਅੱਜ ਉਹਨਾਂ ਨਾਲ ਜਦੋਂ ਅਸੀਂ 10-10 15-15 ਮਿੰਟ ਗੱਲ ਕਰਦੇ ਹਾਂ ਤਾਂ ਉਹ ਇੱਕ ਗਿਆਨ ਦੇ ਖਜ਼ਾਨੇ ਆ। ਉਹਨਾਂ ਨਾਲ ਗੱਲ ਕਰਕੇ ਆਪਦੀ ਜਿਹੜੀ ਮੈਂਟਲ ਲੈਵਲ ਆ ਉਹ ਬਹੁਤ ਵੱਧਦਾ। ਪਲੱਸ ਜਿਹੜਾ ਇੱਥੇ ਆ ਕੇ ਗੇਰ ਸਮਝ ਆਉਂਦੀ ਆ ਵੀ ਜਿਹੜੀ ਖੇਡ ਆ ਸਾਰੀ, ਉਹ ਜਿਹੜੀਆਂ ਨੀਤੀਆਂ ਕੋਆਪਰੇਟ ਦੀਆਂ ਐਡੀਆਂ ਗੁੰਝਲਦਾਰ ਆ, ਉਹ ਸਾਰੇ ਵਰਲਡ ਦੇ ਵਿੱਚ ਕੋਈ ਗਰੀਬ ਦੇਸ਼ ਆ ਕੋਈ ਅਮੀਰ ਆ ਉਹਨੂੰ ਕੋਈ ਵੀ ਛੂਤ ਹੈ ਨਹੀਂਗਾ। ਜਿਵੇਂ ਮੇਰਾ ਵੀਰ ਆਸਟ੍ਰੇਲੀਆ ਤੋਂ ਆਇਆ ਵਾ, ਜਿਹੜੀਆਂ ਨੀਤੀਆਂ ਆਪਣੇ ਤੇ ਲਾਗੂ ਕਰਨੀਆਂ ਇਹਨਾਂ ਤੇ ਕੀਤੀਆਂ ਹੋਈਆਂ ਵਾ। ਤੇ ਐਗਜ਼ੈਕਟ ਦੇ ਵਿੱਚ ਇਹ ਘਰੇ ਰਹਿ ਕੇ ਰੋਟੀ ਜੇ ਕਹੀਏ ਹਫ਼ਤਾ ਘਰੇ ਰਹਿਣਾ ਪੈ ਜੇ ਤਾਂ ਇਹਨਾਂ ਦਾ ਘਰ ਦਾ ਖਰਚਾ ਚੱਲਣਾ ਔਖਾ ਹੋ ਜੂ। ਇਹ ਪ੍ਰੈਕਟੀਕਲੀ ਆ, ਕਿਉਂਕਿ ਘਰ ਦੀ ਕਿਸ਼ਤ ਆ ਗਈ, ਗੱਡੀ ਦੀ ਕਿਸ਼ਤ ਆ ਗਈ, ਇੰਸ਼ੋਰੈਂਸ ਆ ਗਈ, ਤੁਹਾਨੂੰ ਹੋਰ ਕੁਛ ਇੰਨੇ ਬਿੱਲ ਆਉਂਦੇ ਆ ਵੀ ਜਿੱਥੋਂ ਆਪਾਂ ਬਾਹਰ ਨਹੀਂ ਨਿਕਲ ਸਕਦੇ। ਤੇ ਕਿੱਥੇ ਜਿਹੜੀ ਕਿਸਾਨੀ ਅਸੀਂ ਚਾਹੁੰਦੇ ਆ ਵੀ ਆਪਦੇ ਖੇਤ ਦੇ ਵਿੱਚ ਆਪ ਉਗਾਓ, ਆਪਦਾ ਸੋਲਰ ਹੋਵੇ, ਆਪਦਾ ਗੋਬਰ ਗੈਸ ਹੋਵੇ, ਆਪਦਾ ਸਾਰਾ ਕੁਝ ਹੋਵੇ ਤੇ ਪ੍ਰਮਾਤਮਾ ਦੀ ਬਾਣੀ ਜਪ ਤੇ ਆਪਦੇ ਜਿੱਥੋਂ ਤੋਂ ਕੱਢ ਕੇ ਖਾ ਲਾ। ਇਹ ਆਜ਼ਾਦ ਨਹੀਂ, ਮੈਂ ਆਜ਼ਾਦ ਸੋਚ ਦੀ ਗੱਲ ਕਰਦੇ ਬਾਈ ਜੀ। ਇਹ ਆਜ਼ਾਦ ਸੋਚ ਜਿਹੜੀ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤੀ ਸੀ ਵੀ ਤੂੰ ਕਿਸੇ ਨਾਲ ਮਾੜਾ ਨਹੀਂ ਕਰਨਾ, ਪਰ ਕਿਸੇ ਨਾ ਜ਼ੁਲਮ ਹੋਣ ਦੇਣਾ ਤੇ ਨਾ ਜ਼ੁਲਮ ਕਰਨਾ। ਤੇ ਇਹ ਜ਼ੁਲਮ ਆ ਜਿਹੜਾ ਹੁਣ ਸਾਡੇ ਤੇ ਸ਼ਰੇਆਮ ਹੋ ਰਿਹਾ। ਤੇ ਹਿੰਦੁਸਤਾਨ ਤੇ ਕਿੰਨਾ ਹੋ ਗਿਆ ਜੀ, ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਆ। ਤੁਸੀਂ ਪਿਛਲੇ ਸਾਲ ਤਮਿਲਨਾਡੂ ਦੇ ਕਿਸਾਨ ਆਏ ਸੀ, ਉਹਨਾਂ ਨੇ ਕੀ ਖੋਪੜੀਆਂ, ਕੀ ਚੂਹੇ, ਕੀ ਪਿਸ਼ਾਬ ਦੇ ਕਰ ਪੀਤਾ। ਇਹ ਬੰਦੇ ਤੇ ਕੋਈ ਜੂ ਨਹੀਂ ਸਰਕੀ। ਤੇ ਕੀ ਆਪਾਂ ਡੈਮੋਕ੍ਰੇਸੀ 'ਚ ਰਹਿ ਰਹੇ ਹਾਂ? ਅਸਲੀਅਤ ਵਿੱਚ ਇਹ ਵੇਖਣਾ ਚਾਹੀਦਾ ਆਪਣੇ ਸਾਰੇ ਜਿਹੜੇ ਸਿਸਟਮ ਨੂੰ ਆ। ਜੇ ਆਪਾਂ ਮਤਲਬ ਅੱਜ ਚੁੱਪ ਕਰਦੇ ਆ ਤੇ ਇਹ ਆਪਣੇ ਘਰੇ ਵੜ ਜਾਣੇ ਆ। ਤੁਸੀਂ ਅੱਜ ਕਹਿ ਰਹੇ ਆ ਵੀ ਆਪਾਂ ਨੂੰ ਕੀ ਮਿਲੂਗਾ, ਆਪਾਂ ਨੂੰ ਕੀ ਮਿਲੂਗਾ। ਆਪਾਂ ਜਿਹੜੀ ਪਹਿਲੀ ਜਿੱਤ ਤਾਂ ਇਹ ਆ ਵੀ ਜਿਹੜੇ ਉਹਨੇ 10 ਬੈਰੀਗੇਟ ਲਾਏ ਸੀ, ਉਹਨੂੰ ਡਰ ਸੀਗਾ ਵੀ ਕਿਤੇ ਇੱਥੇ ਆ ਕੇ ਪਤਾ ਨਹੀਂ ਕੀ ਕਰਦੇ। ਸਭ ਤੋਂ ਵੱਡੀ ਜਿੱਤ ਤਾਂ ਇਹੀ ਅਸੀਂ ਤੋੜ ਕੇ ਪਹਿਲਾਂ ਇੱਥੇ ਦਿੱਲੀ ਦੇ ਬਰੂਹੇ ਤੇ ਖੜੇ ਆ, ਉਹ ਉਹਨਾਂ ਦੀ ਸਭ ਤੋਂ ਵੱਡਾ। ਨੰਬਰ 2 ਦੇ ਵਿੱਚ ਉਹਨੂੰ ਝੁਕਣਾ ਹੀ ਪੈਣਾ ਵਾ। ਇਹ ਜਿਹੜਾ ਲੋਕ ਰੋਹ ਆ, ਇਹ ਲਹਿਰਾਂ ਐਡੀਆਂ ਵੱਡੀਆਂ ਹੋ ਜਾਂਦੀਆਂ, ਹਕੂਮਤਾਂ ਬਹੁਤ ਛੋਟੀਆਂ ਵਾ। ਅੱਛਾ, ਤੇ ਮਿਲਾਵਟ ਬੜੀ ਹੋ ਗਈ ਅੱਜ ਕੱਲ੍ਹ। ਖਾਣ ਪੀਣ ਦੇ ਵਿੱਚ ਮਿਲਾਵਟ ਤਾਂ ਪਹਿਲਾਂ ਹੀ ਸੀਗੀ, ਹੁਣ ਕਾਨੂੰਨਾਂ ਦੇ ਵਿੱਚ ਵੀ ਮਿਲਾਵਟ ਕਰਨ ਲੱਗੇ ਨੇ। ਤੁਹਾਨੂੰ ਲੱਗਦਾ ਨਹੀਂ ਹੈ ਕਿ ਹੁਣ ਲੋਕਾਂ ਨੂੰ, ਜਿਵੇਂ ਹੁਣ ਪੰਜਾਬ ਜਾਗ ਗਿਆ, ਮੈਂ ਤਾਂ ਇਹੀ ਕਹਾਂਗਾ ਪੰਜਾਬ ਜਾਗ ਗਿਆ ਹੈ। ਚਾਹੇ ਬਹਾਨਾ ਉਹ ਮੋਦੀ ਦਾ ਬਣਿਆ ਹੋਵੇ, ਚਾਹੇ ਉਹ ਖੱਟਰ ਸਰਕਾਰ ਦਾ ਬਣਿਆ ਹੋਵੇ, ਅੱਜ ਪੰਜਾਬ ਇੱਕ ਹੋ ਕੇ ਇੱਥੇ ਦਿੱਲੀ ਦੇ ਬਾਰਡਰ ਤੇ ਬੈਠਾ ਹੈ। ਤੇ ਹੁਣ ਮਿਲਾਵਟ ਦੇ ਖਿਲਾਫ ਵੀ ਜਿਹੜੀ ਸਿਆਸਤ ਦੇ ਵਿੱਚ ਮਿਲਾਵਟ ਹੋ ਰਹੀ ਹੈ ਉਸ ਨੂੰ ਵੀ ਹੁਣ ਸਾਫ਼ ਕਰਨ ਦੀ ਲੋੜ ਹੈਗੀ ਹੈ। ਜਿਹੜੀ ਖਾਣ ਪੀਣ ਵਿੱਚ ਮਿਲਾਵਟ ਹੋ ਰਹੀ ਹੈ ਉਸ ਨੂੰ ਵੀ ਸਾਫ਼ ਕਰਨ ਦੀ ਲੋੜ ਹੈ। ਸਿਸਟਮ ਵਿੱਚ ਮਿਲਾਵਟ ਹੋ ਰਹੀ ਹੈ ਉਸ ਨੂੰ ਵੀ ਸਾਫ਼ ਕਰਨ ਦੀ ਲੋੜ ਹੈ। ਤੇ ਹੁਣ ਇਕੱਠੇ ਹੈ, ਕਿਉਂ ਨਾ ਹੁਣ ਉਹ ਵੀ ਸਾਫ਼ ਕਰੀਏ ਨਾਲ।
ਬਾਈ ਜੀ ਇਹ ਸਫਾਈ ਅਭਿਆਨ ਸ਼ੁਰੂ ਹੋ ਗਿਆ ਵਾ। ਸਭ ਤੋਂ ਵੱਡੀ ਸਫਾਈ ਤਾਂ ਇਹ ਕੋਆਪਰੇਟ ਮਤਲਬ ਜਿਹੜਾ ਅੱਜ ਇਹ ਅੰਦੋਲਨ ਸਿਰੇ ਚੜਿਆ ਉਹ ਕੀ ਆ ਵੀ ਸਿਆਸਤਦਾਨ ਨਹੀਂ ਇੱਥੇ ਵੜਨ ਦਿੱਤੇ। ਸੋ ਜਿਹੜੇ ਸਿਆਸਤਦਾਨ ਕਿਸੇ ਨਾ ਕਿਸੇ ਤਰੀਕੇ ਦੇ ਤਹਿਤ ਕੋਈ ਵੀ ਅੰਦੋਲਨ ਦੇ ਵਿੱਚ ਵੜ ਕੇ ਉਹਨੂੰ ਤਾਰਪੀਡੋ ਕਰ ਦਿੰਦੇ ਸੀਗੇ। ਤੇ ਇਹ ਮੈਂ ਜਥੇਬੰਦੀਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਸਾਰੇ ਹੀ ਅਸੀਂ ਸਾਰੇ ਵੀ ਇਹ ਜਿਹੜੀ ਛੂਤ ਦੀ ਬਿਮਾਰੀ ਹੈ ਨਾ ਜਿੱਥੇ ਜਾ ਵੜਦੀ ਆ ਸਾਰੇ ਕਿਤੇ ਲਾ ਦਿੰਦੀ ਆ, ਇਹ ਦੂਰ ਰੱਖੀ ਗਈ ਆ। ਤੇ ਇਹ ਜਿਹੜਾ ਸਿਸਟਮ ਆ ਕਰਪਟ ਆ ਇਹ ਜਿੱਦੋਂ ਉਦੋਂ ਬਦਲਿਆ ਜਾਣਾ ਜਿੱਦਣ ਆਪਣੇ ਵਿੱਚੋਂ ਲੋਕ ਉੱਠ ਕੇ ਇਹ ਇੱਥੋਂ ਲੀਡਰ ਬਣਨਗੇ। ਸਿਆਸਤ ਸ਼ੁਰੂ ਹੋਊਗੀ ਇਹ ਟਰਾਲੀਆਂ ਦੇ ਵਿੱਚੋਂ। ਇਹ ਟਰਾਲੀਆਂ ਦੇ ਵਿੱਚੋਂ ਮੇਰੇ ਵਰਗੇ ਭਰਾ ਜਾਂ ਕਿਸੇ ਮਤਲਬ ਕਹਿ ਲਈਏ ਵੀ ਜਿਹੜੇ ਵੀ ਕੋਈ ਬੰਦਾ ਆਮ ਇਨਸਾਨ ਆ ਉਹ ਉੱਠ ਕੇ ਕੰਮ ਕਰੂਗਾ। ਕਿਉਂਕਿ ਕਿਸੇ ਵੀ ਅਸੀਂ ਸਾਰੇ ਜਮਾ ਕੇ ਵੇਖ ਲਏ, ਆਮ ਆਦਮੀ ਪਾਰਟੀ ਦੇ ਪਿੱਛੇ ਵੀ ਜਾ ਕੇ ਵੇਖ ਲਿਆ, ਜਿਹੜਾ ਸਵਰਾਜ ਉਹ ਕਹਿੰਦੇ ਆ ਉਹ ਰਿਐਲਿਟੀ ਦੇ ਥੱਲੇ ਜਾ ਕੇ ਤਾਂ ਦਿਸਦਾ ਨਹੀਂ। ਸਵਰਾਜ ਉਹ ਹੁੰਦਾ ਵੀ ਜਿਹੜਾ ਪਿੰਡ ਦਾ ਇੱਕ ਅਖੀਰਲਾ ਬੰਦਾ ਬੈਠਾ ਉਹ ਵੀ ਕਹਿ ਰਿਹਾ ਬਾਈ ਮੈਂ ਠੀਕ ਨਹੀਂ ਗਾ ਜਾਂ ਗੱਲ ਠੀਕ ਨਹੀਂ ਗੀ। ਤੇ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹਣਾ ਕਿਸੇ ਦੇ ਅੰਧ ਭਗਤ ਨਾ ਬਣੋ, ਸਿਧਾਂਤਾਂ ਦੇ ਭਗਤ ਬਣੋ। ਜਿੱਦਣ ਬੰਦਾ ਸਿਧਾਂਤ ਛੱਡ ਗਿਆ ਛੱਡ ਦੋ ਉਹਨੂੰ। ਆਪਾਂ ਅੱਜ ਦੁੱਖ ਕਾਹਤੋਂ ਉਠਾ ਰਹੇ ਹਾਂ, ਕੋਈ ਕੇਜਰੀਵਾਲ ਦਾ ਭਗਤ ਆ, ਕੋਈ ਸੁਖਬੀਰ ਦਾ, ਐਗਜ਼ਾਮਪਲ ਕਹਿ ਰਹੇ ਹਾਂ ਸਾਰੇ ਦੇ ਹੀ ਆ। ਉਹ ਜਦੋਂ ਆਪਾਂ ਭਗਤ ਬਣ ਗਏ ਉਹ ਬੰਦਿਆਂ ਦਾ ਆਪਾਂ ਚੰਗਾ ਬੁਰਾ ਨਹੀਂ, ਆਪਾਂ ਉਹਦੀ ਮਾੜੀ ਜਿਹੀ ਬੁਰਾਈ ਆ ਉਹਨੂੰ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਆ। ਆਪਾਂ ਉਹਦੇ ਤੇ ਪਰਦਾ ਨਾ ਪਾਓ। ਜਿੱਦਣ ਗੁਰੂ ਆਪਾਂ ਨੂੰ ਭਗਤ ਸਿੰਘ ਸਰਾਭਿਆਂ ਨੇ ਵੀ ਇਹੀ ਗੱਲ ਕਹੀ ਸੀ, ਗੁਰੂ ਸਾਹਿਬ ਨੇ ਵੀ ਇਹੀ ਕਿਹਾ ਸੀਗਾ ਗੁਰੂ ਮਾਨਿਓ ਗ੍ਰੰਥ, ਵੀ ਜਿਹੜਾ ਆਪਣਾ ਮਤਲਬ ਆ ਤੁਸੀਂ ਬੰਦੇ ਨਾ ਮੰਨਿਓ। ਉਹ ਵੀ ਆਪਣੇ ਗਾਂ ਗੁਰੂ ਦੇ ਸਕਦੇ ਸੀਗੇ ਤਾਂ ਉਹਨਾਂ ਨੇ ਕਿਤੇ ਹਿਸਾਬ ਨਾਲ ਸਿਸਟਮ ਕਿਤੇ ਬੰਦਾ ਭ੍ਰਸ਼ਟ ਹੋ ਸਕਦਾ ਵਾ ਤਾਂ ਉਹ ਤਾਂ ਹੀ ਉਹਨਾਂ ਨੇ ਗੁਰੂ ਸ਼ਬਦ ਨਾਲ ਜੋੜ ਕੇ ਗਏ ਆ। ਤੇ ਆਪਾਂ ਨੂੰ ਸਿਧਾਂਤ ਨਾਲ ਜੋੜਨਾ ਚਾਹੀਦਾ। ਸਿਧਾਂਤ ਸਿਦਕ ਸਭ ਤੋਂ ਪਹਿਲਾਂ ਪਿਆਰਾ ਵਾ, ਬੰਦਾ ਮਗਰੋਂ ਪਿਆਰਾ ਵਾ। ਜਿੱਦਣ ਆਪਾਂ ਸਿਧਾਂਤਾਂ ਨਾਲ ਜੁੜ ਗਏ ਇਹ ਆਪੇ ਹੀ ਸਿੱਧੇ ਹੋ ਜਾਣਗੇ, ਕਿਉਂਕਿ ਉਹਨਾਂ ਨੂੰ ਪਤਾ ਵਾ ਵੀ ਸਿਧਾਂਤ ਨਾਲ ਜੁੜੇ ਬੰਦੇ ਨਾਲ ਜੁੜੇ ਨਹੀਂ। ਜਿੱਦਣ ਉਹ ਸਿਧਾਂਤ ਤੋਂ ਬਾਹਰ ਹੋਏ, ਜਿਵੇਂ ਹੁਣ ਆਪਾਂ ਲੀਡਰਾਂ ਦੀ ਗੱਲ ਕਰ ਲਈਏ, ਲੋਕ ਕਹਿੰਦੇ ਨਹੀਂਗੇ ਵੀ ਬਾਈ ਜੀ ਜੇ ਤੁਸੀਂ ਪਿੱਛੇ ਹਟ ਗਏ ਨਾਲ ਤੁਸੀਂ ਮੋਦੀ ਦੇ ਬਰਾਬਰ ਹੋ, ਤਾਂ ਉਹਨਾਂ ਨੂੰ ਇੰਨਾ ਡਰਾ ਕੇ ਰੱਖਿਆ ਗਿਆ ਜਾਂ ਸਿਸਟਮ 'ਚ ਕਹਿ ਕੇ ਗਿਆ ਵੀ ਉਹ ਚਾਹ ਕੇ ਵੀ ਨਹੀਂ ਕਰ ਸਕਦੇ। ਸੋ ਇਹੀ ਚੀਜ਼ ਆਪਾਂ ਨੂੰ ਆਪਦੇ ਸਿਆਸਤ 'ਚ ਲਿਆਉਣੀ ਚਾਹੀਦੀ ਆ। ਤੇ ਇੱਥੇ ਮੇਰੇ ਹਿਸਾਬ ਨਾਲ 5 ਲੱਖ ਬੰਦਾ ਆਇਆ ਹੋਇਆ ਤੇ 5 ਲੱਖ ਮੈਨੂੰ ਲੱਗਦਾ ਵਲੰਟੀਅਰ ਬਣ ਕੇ ਉੱਥੇ ਜਾਣਾ ਵਾ। ਕੱਲੀ ਕੱਲੀ ਮਸ਼ਾਲ ਜਗਣੀ ਆ ਤੇ ਉਹ ਮਸ਼ਾਲ ਤੋਂ ਪਿੰਡ ਪਿੰਡ ਜਗਣੇ ਆ ਤੇ ਪੰਜਾਬ ਦੁਬਾਰਾ ਜਗਣਾ ਵਾ। ਸੋ ਪ੍ਰਮਾਤਮਾ ਭਲਾ ਕਰੇ ਇਸ ਚੀਜ਼। ਜਿਹੜੇ ਪਿੰਡਾਂ 'ਚ ਹੁਣ ਇਹ 5 ਲੱਖ ਮਸ਼ਾਲਾਂ ਚੱਲਣਗੀਆਂ, ਜਿਹੜੇ ਪਿੰਡਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਸਿਆਸਤਦਾਨ ਵੋਟਾਂ ਮੰਗਣ ਆ ਜਾਣਗੇ ਹੁਣ 2022 'ਚ? ਬਾਈ ਜੀ ਅਸੀਂ ਇੱਥੇ ਫਸਲਾਂ ਵਾਸਤੇ ਨਹੀਂ ਆਏ, ਅਸੀਂ ਇੱਥੇ ਨਸਲਾਂ ਵਾਸਤੇ ਆਏ ਆ। ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਜਾਣ ਲੱਗੀਆਂ, ਫਸਲਾਂ ਤਾਂ ਬਚਾਉਣੀਆਂ ਵਾ ਪਰ ਅਸੀਂ ਨਸਲਾਂ ਵੀ ਬਚਾਉਣੀਆਂ। ਤੇ ਨਸਲਾਂ ਉਦੋਂ ਬਚਣੀਆਂ ਜਿੱਦਣ ਇਹ ਸਿਆਸਤਦਾਨਾਂ ਨੂੰ ਦੱਸਿਆ ਵੀ ਅਸੀਂ ਵਾਰਸ ਕਿਹਦੇ ਆ। ਤੁਸੀਂ ਜਾ ਕੇ ਅਖੀਰ ਤੇ ਪਿਛਲੇ ਬੈਕ ਬੈਂਚ ਤੇ ਜਾ ਕੇ ਰਿਸ਼ਤੇਦਾਰੀਆਂ ਇਕੱਠੀਆਂ ਕਰ ਲੈਂਦੇ ਆ, ਬਹਿ ਜਾਂਦੇ ਹੋ। ਅੱਜ ਤੱਕ ਕਿਤੇ ਸਾਡਾ ਤਾਂ ਕੋਈ ਮਤਲਬ ਜਿਹੜੀ ਜੂਨ ਨਹੀਂ ਸੁਧਰੀ। 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ, ਇੱਥੇ ਤਾਂ 73 ਸਾਲ ਹੋ ਗਏ। ਕਿਉਂ ਨਹੀਂ ਸੁਣੀ ਜਾਂਦੀ? ਕਿਉਂਕਿ ਜਿਹੜੋਂ ਪਿੱਛੋਂ ਸਾਨੂੰ ਲੱਗਦਾ ਵੀ ਇਹ ਅਲੱਗ ਆ ਪਰ ਇਹ ਅਲੱਗ ਨਹੀਂ ਗੇ। ਇਹਨਾਂ ਦੇ ਕਾਰਪੋਰੇਟ ਏਜੰਡੇ ਇੱਕ ਆ, ਇਹਨਾਂ ਦੇ ਮਗਰਲੇ ਏਜੰਡੇ ਇੱਕ ਆ ਵੀ ਤੂੰ ਨੀਲੀ ਬਣ ਲੱਗਦੇ ਚਿੱਟੀ ਬਣ ਲਓ। ਰਿਐਲਿਟੀ ਦੇ ਵਿੱਚ ਕੀ ਆ ਵੀ ਆਪਾਂ ਨੂੰ ਇਹਨਾਂ ਦੇ ਭਗਤ ਬਣ ਜਾਈਏ, ਛੱਡ ਦਈਏ ਤੇ ਇਹ ਤਾਂ ਬਸ 1 ਮਿੰਟ 'ਚ ਠੀਕ ਆ। ਤੇ ਮੇਰੇ ਹਿਸਾਬ ਨਾਲ ਹੁਣ ਅੱਧੇ ਤਾਂ ਉਹਨਾਂ ਨੂੰ ਗਾਸ਼ ਉੱਥੇ ਪਈ ਬੈਠੇ ਆ ਵੀ ਇਹ ਤਾਂ ਹਜੇ ਤੱਕ ਇਕੱਠੇ ਹੋਏ ਪਏ ਆ। ਇੱਥੇ ਕਿਸੇ ਨੂੰ ਵੜਨ ਨਹੀਂ ਦੇ ਰਹੇ, ਕਿਸੇ ਨੂੰ ਇੱਥੇ ਖੜਨ ਨਹੀਂ ਦੇ ਰਹੇ। ਮਤਲਬ ਜੇ ਆਪਾਂ ਐਡੀ ਵੱਡੀ ਤਾਕਤ ਅੱਜ ਜੇ ਆਪਾਂ ਕਹੀਏ ਸੈਂਟਰਲ ਗਵਰਨਮੈਂਟ ਕੋਈ ਛੋਟੀ ਤਾਕਤ ਨਹੀਂ ਗੀ। ਆਪਾਂ ਮਤਲਬ ਟੋਟਲ ਕਿੰਨੇ ਬਿਲੀਅਨ ਦੀ ਉਹਨਾਂ ਦੀ ਇਕਨੋਮੀ ਆ ਜਿਨ੍ਹਾਂ ਨਾਲ ਪੰਗਾ ਲਿਆ ਹੋਇਆ ਵਾ। ਤੇ ਇਹ ਜੋਸ਼ ਇਹੀ ਆ ਵੀ ਇਹ ਬੰਦੇ ਆਪਦੀ ਸਿਦਕ ਤੇ ਆਏ ਆਪਾਂ ਰਿਐਲਿਟੀ ਦੇ ਵਿੱਚ ਦੇਖੋ ਇੱਥੇ ਪਤਾ ਨਹੀਂ 5 ਮਿੰਟਾਂ 'ਚ ਕੀ ਨਾ ਕੀ ਕੁਝ ਬਣ ਜਾਣਾ। ਇਹ ਆਪਾਂ ਜੰਗ ਦੇ ਮੈਦਾਨ ਤੇ ਖੜੇ ਆ। ਪਾਣੀਪਤ ਦਾ ਚੌਥਾ ਯੁੱਧ ਮੈਨੂੰ ਲੱਗਦਾ ਆ 2-3 ਦਿਨਾਂ 'ਚ ਸ਼ੁਰੂ ਹੋ ਜਾਊਗਾ। ਬਿਲਕੁਲ, ਪਾਣੀਪਤ ਦਾ ਚੌਥਾ ਯੁੱਧ। ਬਾਈ ਜੀ ਨੇ ਕਿਹਾ ਵੀ ਸਾਡੀ ਜੂਨ ਖਰਾਬ ਕੀਤੀ ਹੈ ਸਿਆਸਤਦਾਨ ਨੇ। ਮੈਂ ਕਹਿੰਦਾ ਜੂਨ ਛੱਡੋ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ ਦੀ ਗੱਲ ਆ ਗਈ ਹੈ। ਸਾਰਾ ਹੀ ਖਰਾਬ ਕੀਤਾ ਪਿਆ ਇਹਨਾਂ ਨੇ, ਤਾਂ ਜੀਣ ਦਿੱਤਾ ਹੀ ਨਹੀਂ ਹੈ। ਬਿਲਕੁਲ ਜੀ, ਬਿਲਕੁਲ ਜੀਣ ਦਿੱਤਾ ਹੀ ਨਹੀਂ ਨਹੀਂ ਬਿਲਕੁਲ। ਆਪਾਂ ਨੂੰ ਮਤਲਬ ਨਾ ਆਪਦੇ ਸਹਿਜ ਤੇ ਕੰਮ ਕਰਨਾ ਪੈਣਾ ਵਾ। ਤੁਹਾਡੀ ਆਪਣੀ ਹੈ ਨਾ ਕਿਰਦਾਰ ਉੱਚੇ ਕਰਨੇ ਪੈਣੇ। ਆਪਾਂ ਨੂੰ ਲੋਭ ਦੇ ਵਿੱਚ ਵਾੜਿਆ ਗਿਆ। ਆਪਾਂ ਨੂੰ ਲੱਗਿਆ ਵੀ ਆਹ ਲੋਭ ਇੱਕ ਮੇਰੀ ਜਿਹੜੀ ਬਹੁਤ ਵੱਡੀ ਮੈਨੂੰ ਲੱਗ ਰਿਹਾ ਵੀ ਜਿੱਥੇ ਆਪਣਾ ਸਿਸਟਮ ਖਰਾਬ ਜਾ ਰਿਹਾ ਉਹ ਕਨਵੈਂਟ ਸਕੂਲ ਨੇ ਵੀ ਕੀਤਾ ਵਾ। ਤੁਸੀਂ ਕਨਵੈਂਟਾਂ 'ਚ ਪੜ੍ਹ ਰਹੇ ਆ, ਆਪਾਂ ਨੂੰ ਰੀਅਲ ਲੱਗਦਾ ਵੀ ਆਪਣੇ ਬੱਚੇ ਆ ਕਨਵੈਂਟ 'ਚ। ਆਪਾਂ ਨੂੰ ਪਿੰਡ ਛੜਾ ਦਿੱਤੇ ਗਏ, ਸ਼ਹਿਰ ਆਏ ਗਏ, ਆਪਦੇ ਕਿੱਤੇ ਛੱਡੇ ਗਏ। ਪਲੱਸ ਜਿਹੜਾ 500 ਕੁਛ ਜੇ ਆਪਾਂ ਐਗਜ਼ੈਕਟ ਦੇ ਵਿੱਚ 600 ਜਾਂ ਕਿੰਨੇ ਜਾਂ 1000 ਡੀਸੀ ਲੱਗੂਗਾ ਜੀ ਸਾਰੇ ਹਿੰਦੀ ਤੇ ਹਰ ਬੱਚਾ ਤਾਂ ਡੀਸੀ ਲੱਗ ਨਹੀਂ ਸਕਦਾ ਨਾ। ਤੇ ਉਹ ਜਿਹੜਾ ਆਪਾਂ ਐਗਜ਼ੈਕਟ ਦੇ ਵਿੱਚ ਕਰ ਲਈਏ 1 ਸਾਲ ਦਾ 1 ਲੱਖ ਰੁਪਈਆ ਜੀ ਮਤਲਬ ਇੱਕ ਬੱਚੇ ਤੇ ਲੱਗਦਾ। ਤੇ ਜੇ 2 ਬੱਚੇ ਗਿਣ ਲਈਏ ਨਾ ਤਾਂ ਤਕਰੀਬਨ ਇੱਕ ਮਾਂ ਪਿਓ ਦਾ ਉਹਨੂੰ ਪੜਾਉਣ ਤੇ 80-90 ਲੱਖ ਬਲ ਕਰੋੜ ਹੀ ਲੱਗ ਜਾਂਦਾ ਜੇ ਤੁਸੀਂ ਉਹਨੂੰ ਇੰਟਰਸਟ 'ਚ ਜੋੜੋ। 1 ਕਰੋੜ ਲਾ ਕੇ ਉਹ ਬੱਚਾ ਕਹਿੰਦਾ ਬਈ ਜੀ ਜਾਂ ਤਾਂ ਮੈਨੂੰ ਕੈਨੇਡਾ ਭੇਜੋ ਜਾਂ ਮੈਨੂੰ ਕੋਈ ਚੰਗੀ ਜੌਬ ਦਿਓ ਤੇ ਜਾਂ 50 ਲੱਖ ਲਾ ਕੇ ਬਿਜ਼ਨਸ ਦਿਓ। ਸੋ ਕੀ ਆ ਵੀ ਉਹ 12 ਸਾਲ 18 ਸਾਲ ਉਹਨੂੰ ਪੜ੍ਹਾ ਕੇ ਜਿਹੜੀ ਉਹਦੀ ਵੈਲਿਊ ਆ ਉਹ ਆਈ ਨਹੀਂ। ਆਪਾਂ ਹਰ ਸਾਲ ਇੰਨੇ ਇੰਜੀਨੀਅਰ ਪੈਦਾ ਕਰਦੇ ਆ, ਕੀ ਰਿਐਲਿਟੀ ਦੇ ਵਿੱਚ ਉਹ ਇੰਜੀਨੀਅਰ ਕੰਮ ਦੇ ਆ? ਕਿਉਂਕਿ ਕਿਸੇ ਵੀ ਕਾਰਪੋਰੇਟ ਨੇ ਜਾਂ ਕਿਸੇ ਨੇ ਵੀ ਸਿਸਟਮ ਨੇ ਮੈਂ ਕਹਿੰਦਾ ਵੀ ਜਿਵੇਂ ਮੈਂ ਕਹਿ ਲਵਾਂ ਮੈਂ ਇੰਜੀਨੀਅਰ ਹਾਇਰ ਕਰਨਾ ਜਾਂ ਮੈਂ ਇੰਜੀਨੀਅਰ ਬਣਨਾ, ਮੈਨੂੰ ਪੈਸੇ ਕੋਈ ਉਦੋਂ ਹੀ ਦੇਊਗਾ ਜਦੋਂ ਮੈਂ ਉਹਨੂੰ ਕਮਾ ਕੇ ਦਊਂਗਾ। ਰਿਐਲਿਟੀ ਦੇ ਵਿੱਚ ਕੀ ਜਿਹੜੀ ਆਪਣੀ ਐਜੂਕੇਸ਼ਨ ਆ ਉਹ ਸਿਰਫ ਥਿਓਰੀਟੀਕਲ ਪੜ੍ਹਾਈ ਆ। ਤੁਹਾਨੂੰ ਇੱਕ ਚੀਜ਼ ਦੂਜੇ ਤੋਂ ਦੂਜੀ ਚੀਜ਼ ਨਹੀਂ ਆਉਂਦੀ। ਦੂਰ ਕਰਨ ਨੂੰ ਜਾਣਾ ਬਾਈ ਤੁਸੀਂ ਕੀ ਕੀਤਾ ਹੋਇਆ?
ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਹੈ? ਐਜੂਕੇਸ਼ਨ 'ਚ ਮੈਂ ਜਦੋਂ +2 ਕਰਕੇ ਇੱਥੋਂ ਮੈਂ ਗਿਆ ਸੀਗਾ, ਮੈਂ ਹਸਪਿਟੈਲਿਟੀ ਮੈਨੇਜਮੈਂਟ ਦਾ ਕੋਰਸ ਕੀਤਾ ਸੀਗਾ ਜੀ। ਫਿਰ ਤੁਸੀਂ ਹੁਣ ਤਾਂ ਉਸੇ ਫੀਲਡ 'ਚ ਹੋਣੇ ਹੋ। ਜੀ ਨਹੀਂ, ਮੈਂ ਕੋਰਸ ਚੇਂਜ ਕਰ ਲਿਆ ਸੀਗਾ। ਮੈਂ 6-7 ਸਾਲ ਉਸ ਕੋਰਸ ਦੇ ਵਿੱਚ ਕੰਮ ਕੀਤਾ, ਪਰ ਉਸ ਤੋਂ ਬਾਅਦ 'ਚੋਂ ਮੈਨੂੰ ਟਰੱਕ ਇੰਡਸਟਰੀ ਸੂਟ ਕੀਤੀ। ਐਜ਼ ਅ ਪਰਸਨਲ ਓਪਰੇਟਰ ਮੈਂ ਆਪਦਾ ਬਿਜ਼ਨਸ ਖੋਲ੍ਹਿਆ ਸੀ। ਹੁਣ ਦੇਖ ਲਓ ਹਸਪਿਟੈਲਿਟੀ ਤੋਂ ਭਾਜੀ ਟਰੱਕਿੰਗ ਦੇ ਵਿੱਚ ਚਲੇ ਗਏ ਹੈ ਨਾ। ਤੇ ਇੰਡੀਆ ਦੇ ਵਿੱਚ ਮੇਰੇ ਕੁਝ ਦੋਸਤ ਨੇ ਜਿਹਨਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਇੰਜੀਨੀਅਰਿੰਗ ਕੀਤੀ ਹੈ, ਉਹ ਇੰਜੀਨੀਅਰਿੰਗ ਕਰਨ ਤੋਂ ਬਾਅਦ ਫਿਰ ਉਹੀ ਸਟੱਡੀ ਵੀਜ਼ਾ ਲੈ ਕੇ ਉੱਥੇ ਜਾਂ ਤਾਂ ਉਹਨਾਂ ਨੇ ਹਸਪਿਟੈਲਿਟੀ ਦਾ ਕੋਰਸ ਲਿਆ ਜਾਂ ਕੁਛ ਲਿਆ, ਉੱਥੇ ਜਾ ਕੇ ਫਿਰ ਉਹੀ ਆਪਣੇ ਉਸ ਫੀਲਡ ਵਿੱਚ ਪਏ ਹੋਏ ਨੇ। ਮੈਂ ਵੀ ਬਿਲਕੁਲ ਬਾਈ ਜੀ, ਮੈਂ ਕਿਤੇ ਖੇਤੀ ਨਹੀਂ ਕੀਤੀ ਸੀ। 36 ਸਾਲ ਮੇਰੀ ਏਜ ਆ, ਮੈਂ 31 ਸਾਲਾਂ ਦੇ ਕਰ ਕਿਤੇ ਖੇਤ ਨਹੀਂ ਗਿਆ ਸੀ। 32ਵੇਂ ਸਾਲ ਜਦੋਂ ਮਤਲਬ 27ਵੇਂ ਸਾਲ ਮੇਰੇ ਫਾਦਰ ਸਾਹਿਬ ਪੂਰੇ ਹੋ ਗਏ ਬ੍ਰੇਨ ਹੈਮਰੇਜ ਹੋਰ 100 ਬਿਮਾਰੀਆਂ ਨਾਲ। ਤਾਂ ਰਿਐਲਿਟੀ ਦੇ ਵਿੱਚ ਮੈਂ 5 ਸਾਲੇ ਪੜ੍ਹਿਆ ਵੀ ਇਹ ਪ੍ਰੋਬਲਮ ਕੀ ਹੈ ਯਾਰ, ਹਰ ਬੰਦਾ ਬਿਮਾਰ ਹੋ ਰਿਹਾ, ਹਰ ਸਿਸਟਮ ਦੇ ਵਿੱਚ ਆ ਰਿਹਾ। ਤਾਂ ਮੈਂ ਉੱਥੇ ਜਾ ਕੇ ਆਪਦੇ ਖੇਤ ਗਿਆ ਵੀ ਮੈਂ ਖੇਤੀ ਕਰਨੀ ਆ, ਪਰ ਕਰਨੀ ਆ ਬਿਨਾਂ ਰੇਹਾਂ ਸਪਰੇਆਂ ਤੋਂ। ਲੋਕ ਕਹਿੰਦੇ ਪਾਗਲ ਹੋ ਗਿਆ ਇਹ ਵੀ ਜਿਹੜੇ 30 ਸਾਲ ਬੰਦੇ ਨੇ ਕੁਝ ਕੀਤਾ ਹੀ ਨਹੀਂਗਾ, ਉਹ ਕਹਿੰਦੇ ਵੀ ਇਹ ਖੇਤੀ ਕਰਨੀ ਆ, ਉਹ ਵੀ ਕਹਿੰਦਾ ਵੀ ਬਿਨਾਂ ਰੇਹਾਂ ਸਪਰੇਆਂ ਤੋਂ। ਮੈਂ ਕਿਹਾ ਦੇਖੀ ਜਾਊਗੀ ਜੀ, ਲੋਕਾਂ ਨੇ ਤਾਂ ਪਾਗਲ ਕਹਿਣਾ ਸੀ ਕਿਹਾ ਤੁਹਾਨੂੰ। ਜੀ ਪਾਗਲ। ਫਿਰ ਮੈਂ ਮਤਲਬ ਉਹਦੇ 'ਚ ਮਤਲਬ ਆਪਦੇ ਮਤਲਬ ਗੋਬਰ ਖਾਦ ਪਾਈ, ਮਤਲਬ ਜੰਤਰ ਵਾਇਆ। 6 ਮਹੀਨੇ ਬਾਅਦ ਉਹਦੇ 'ਚ ਗੰਨਾ ਲਾਇਆ। ਗੰਨਾ ਬਾਈ ਜੀ ਤਕਰੀਬਨ ਮੈਂ ਪੂਰਾ ਵੱਡਾ ਕਰ ਲਿਆ। ਫਿਰ ਕਹਿੰਦੇ ਜੀ ਵੇਚੇਗਾ ਕਿੱਥੇ? ਮੈਂ ਕਿਹਾ ਕੋਈ ਟੈਨਸ਼ਨ ਨਹੀਂ, ਮੈਂ ਜੀ ਆਪਦਾ ਘਲਾੜਾ ਲਾਇਆ। ਤਾਂ 1 ਸਾਲ 3 ਸਾਲ ਮੈਂ ਫਾਈਨੈਂਸ਼ੀਅਲੀ ਸਟਰੋਂਗ ਸੀਗਾ, ਮੈਂ ਵੇਚ ਸਕਦਾ ਸੀ, ਪਰ ਮੈਂ ਫੱਟੇ ਦੇ ਵਿੱਚ ਆ 2 ਸਾਲ ਗੁੜ ਫੱਟੇ ਦੇ ਵਿੱਚ ਆ। ਵੀ ਆਮ ਜਿਹੜੇ ਬੱਚੇ ਨੂੰ ਮਤਲਬ ਜਿਹੜੇ ਆਮ ਪਿੰਡ ਵਾਲਿਆਂ ਨੂੰ ਦੱਸਣ ਨੂੰ ਵੀ ਇੱਥੇ ਜ਼ਰੂਰੀ ਨਹੀਂ ਵੀ ਪੈਸਾ ਜ਼ਰੂਰੀ ਆ, ਤੁਹਾਡੇ 'ਚ ਜਜ਼ਬਾ ਜ਼ਰੂਰੀ ਆ, ਤੁਹਾਡੇ 'ਚ ਟੈਲੈਂਟ ਜ਼ਰੂਰੀ ਆ, ਤੁਹਾਡੇ ਵਿੱਚ ਅੰਦਰੋਂ ਜਿਹੜਾ ਚਾਹੀਦਾ ਵੀ ਮੈਂ ਚੀਜ਼ ਵੇਚ ਸਕਦਾ। ਮੈਂ ਖੁਦ ਗੁੜ ਬਣਾਉਣਾ ਜੀ, ਖੁਦ ਵੇਚਦਾ ਵਾਂ। ਤੇ 2 ਸਾਲ ਮੈਂ ਤਕਰੀਬਨ ਪਹਿਲੇ ਸਾਲ 80 ਰੁਪਏ ਕਿਲੋ ਗੁੜ ਵੇਚਿਆ, ਜਿਹੜਾ ਆਮ ਬਾਜ਼ਾਰ 'ਚ ਰੇਟ 40 ਰੁਪਏ ਸੀਗਾ। ਮੈਂ ਕਿਹਾ ਜੀ ਮੇਰੇ ਕੋਲ ਇੰਨਾ ਖਰਚਾ ਆਇਆ ਵਾ, ਇੰਨੀ ਕੋਸਟਿੰਗ ਕੱਢ ਕੇ ਮੈਨੂੰ ਇੰਨੇ 'ਚ ਪੈਂਦਾ ਵਾ, ਆਹ ਮੇਰਾ 20 ਰੁਪਏ ਮਾਰਜਨ ਆ, ਇੰਨਾ ਮੈਂ ਵੇਚਣਾ ਹੈ, ਮੇਰਾ ਸਾਰਾ ਗੁੜ ਵਿਕ ਗਿਆ। ਅਗਲੇ ਸਾਲ ਮੈਂ ਟਰਾਈ ਕੀਤੀ ਵੀ ਕਿਉਂ ਨਾ ਇਹਦੀ ਮਠਿਆਈਆਂ ਬਣਾਈਆਂ ਜਾਣ। ਤਾਂ ਮੈਂ ਉਹ ਗੁੜ ਦੀ ਬਰਫੀ, ਗੁੜ ਦਾ ਇਹ ਸਾਰੀਆਂ ਚੀਜ਼ਾਂ ਬਣਾ ਕੇ ਵੇਚੀਆਂ। ਤਾਂ ਸਾਰੇ ਮੈਨੂੰ ਪਿੰਡ ਵਾਲੇ ਕਹਿੰਦੇ ਯਾਰ ਤੂੰ ਰਿਕਾਰਡ ਤੋੜਤੇ। ਰਿਐਲਿਟੀ ਦੇ ਵਿੱਚ ਦੁਨੀਆ ਸ਼ੁਰੂ 'ਚ ਤੁਹਾਡੇ ਤੇ ਹੱਸਦੀ ਆ, ਫਿਰ ਤੁਹਾਡੇ ਬਾਰੇ ਮਤਲਬ ਚੀਜ਼ ਦਾ, ਫਿਰ ਤੁਹਾਡੇ ਪਿੱਛੇ ਤਾੜੀਆਂ ਮਾਰਦੀ ਆ। ਇਹ ਸਕਸੈਸ ਦਾ ਸੇਮ ਹੀ ਰੇਸ਼ੀਓ ਆ। ਸੋ ਜੇ ਆਪਾਂ ਪੰਜਾਬੀ ਆ, ਇੱਥੇ 100 ਜਾਂ 2 ਕਰੋੜ ਪ੍ਰਵਾਸੀਆਂ ਨੂੰ ਆਪਾਂ ਰੋਜ਼ਗਾਰ ਦਿੱਤਾ ਹੋਇਆ, ਇੱਥੇ ਆਪਾਂ ਨੂੰ ਰੋਜ਼ਗਾਰ ਮਿਲਦਾ ਵਾ। ਪਰ ਪ੍ਰੈਕਟੀਕਲੀ ਕੀ ਆ ਵੀ ਜਿਹੜੀ ਆਪਾਂ ਨੂੰ ਇਹ ਪੜ੍ਹਾਈ ਦਿੱਤੀ ਜਾਂਦੀ ਆ, ਇਹਦੇ ਵਿੱਚ ਆਪਾਂ ਗਰਾਊਂਡ ਰਿਐਲਿਟੀ ਤੇ ਕੰਮ ਨਹੀਂ ਕੀਤਾ ਜਾਂਦਾ। ਉਦੋਂ ਟੁੱਟ ਜਾਂਦੇ ਆ ਤਾਂ ਉੱਥੇ ਹੀ ਗਾਂਹ ਜਾ ਕੇ ਦੁੱਖ ਆ ਜਾਂਦਾ। ਵੈਸੇ ਬਾਈ ਜੀ ਕਹਿੰਦੇ ਲੋਕ ਸ਼ੁਰੂਆਤੀ ਦੌਰ 'ਚ ਸੋਚਦੇ ਸੀ ਇਹ ਮੁੰਡਾ ਪਾਗਲ ਹੈ। ਪਾਗਲ ਬੇਸਿਕਲੀ ਹੁੰਦਾ ਹੈ ਜਿਹਨੇ ਗੱਲ ਨੂੰ ਪਾ ਲਿਆ, ਉਹ ਪਾਗਲ ਹੁੰਦਾ ਹੈ। ਲੋਕ ਪਤਾ ਨਹੀਂ ਹੁਣ ਪਾਗਲ ਦਾ ਮਤਲਬ ਕੀ ਕੱਢਦੇ ਨੇ। ਤੇ ਅੱਛਾ ਬਾਈ ਜੀ ਸੁਖਰਾਜ ਜੀ ਬੈਠੇ ਨੇ, ਸੁਖਰਾਜ ਸੁਖ ਬਾਈ ਜੀ ਕੋਲੋਂ ਗਾਣਾ ਵੀ ਸੁਣਾਂਗੇ ਕਿਉਂਕਿ ਬਾਈ ਜੀ ਦੇ ਗੀਤ ਵੀ ਆਏ ਹੋਏ ਨੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਖਬਰਸਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹਾਂਜੀ ਬਾਈ ਜੀ, ਹੋਰ ਅਮਨਦੀਪ ਜੀ? ਬਹੁਤ ਵਧੀਆ ਬਾਈ ਜੀ। ਬਾਈ ਜੀ ਗਾਣਾ ਤੁਹਾਡੇ ਕੋਲੋਂ ਸੁਣਨਾ ਹੈ ਅਸੀਂ, ਕਿਉਂਕਿ ਦੇਖੋ ਅਸੀਂ ਬਾਈ ਉਹਨਾਂ ਨਾਲ ਗੱਲਾਂ ਕੀਤੀਆਂ ਨੇ, ਸਾਰੀਆਂ ਗੱਲਾਂ ਹੋਈਆਂ ਨੇ, ਤੇ ਹੁਣ ਥੋੜ੍ਹਾ ਜਿਹਾ ਦਰਸ਼ਕਾਂ ਦੇ ਲਈ ਕੋਈ ਗੀਤ ਵੀ ਹੋ ਜੇ। ਜੀ ਜ਼ਰੂਰ, ਮੈਂ ਇੱਕ ਲੋਕ ਪੱਖੀ ਗੀਤ ਜਿਹੜਾ ਹੈਗਾ ਉਹ ਤੁਹਾਨੂੰ ਸੁਣਾਉਣਾ ਥੋੜਾ ਜਿਹਾ। ਉਹ ਗਾਣਾ ਹੈਗਾ ਜੀ, ਉਹ ਗੁਰੂਆਂ ਨੇ ਦਿੱਤਾ ਤੁਹਾਨੂੰ ਸਿੰਘ ਦਾ ਖਿਤਾਬ, ਤਾਂ ਹੀ ਤਾਂ ਵੇ ਸੋਹਣਿਓ ਕਹਾਉਂਦੇ ਸਿੰਘ ਸਾਹਿਬ। ਮਾਪਿਆਂ ਬਜ਼ੁਰਗਾਂ ਦੀ ਤੋੜ ਕੇ ਉਮੀਦ ਐਵੇਂ ਨਸ਼ਿਆਂ 'ਚ ਜਿੰਦ ਨਾ ਗਵਾਓ। ਕੌਮ ਦੇ ਉਹ ਹੀਰੇ ਹੋਵੇ ਗੱਲ ਸੁਣੋ ਵੀਰੇ ਹੋਵੇ, ਪੱਗ ਸਿਰੋਂ ਲੱਥਣੋਂ ਬਚਾਓ। ਕੌਮ ਦੇ ਉਹ ਹੀਰੇ ਹੋਵੇ ਗੱਲ ਸੁਣੋ ਵੀਰੇ ਹੋਵੇ, ਪੱਗ ਸਿਰੋਂ ਲੱਥਣੋਂ ਬਚਾਓ। ਵੇ ਵੀਰਿਓ ਪੱਗ ਸਿਰੋਂ ਲੱਥਣੋਂ ਬਚਾਓ। ਚੱਲਦੀ ਜਦੋਂ ਵੀ ਕਿਤੇ ਅਣਖਾਂ ਦੀ ਗੱਲ, ਉੱਥੇ ਮਿਲਦੀ ਮਿਸਾਲ ਜੀ ਪੰਜਾਬ ਦੀ। ਜਿਵੇਂ ਅੱਜ ਪੰਜਾਬ ਨੇ ਦਿੱਲੀ ਦੇ ਉੱਤੇ ਝੰਡਾ ਚੜਾਇਆ ਹਨਾ, ਮੋਰੀ ਪੰਜਾਬ ਬਣਿਆ। ਚੱਲਦੀ ਜਦੋਂ ਵੀ ਕਿਤੇ ਅਣਖਾਂ ਦੀ ਗੱਲ, ਉੱਥੇ ਮਿਲਦੀ ਮਿਸਾਲ ਜੀ ਪੰਜਾਬ ਦੀ। ਘੋਲ ਦਿੱਤਾ ਕੀਨੇ ਪੰਜਾ ਪਾਣੀਆਂ 'ਚ ਜ਼ਹਿਰ, ਕਾਤੋਂ ਹੁੰਦੀ ਜਾਵੇ ਹਾਲਤ ਖਰਾਬ ਜੀ। ਲੰਘ ਗਿਆ ਵੇਲਾ ਫੇਰ ਪਊ ਪਛਤਾਉਣਾ, ਕੋਈ ਇਹੋ ਜਿਹਾ ਅੱਖਰ ਨਾ ਪਾਓ। ਕੌਮ ਦੇ ਉਹ ਹੀਰੇ ਹੋਵੇ ਗੱਲ ਸੁਣੋ ਵੀਰੇ ਹੋਵੇ, ਪੱਗ ਸਿਰੋਂ ਲੱਥਣੋਂ ਬਚਾਓ। ਵੇ ਵੀਰਿਓ ਪੱਗ ਸਿਰੋਂ ਲੱਥਣੋਂ ਬਚਾਓ। ਸੋ ਥੈਂਕ ਯੂ ਵੀਰੇ। ਬਾਈ ਜੀ ਬਹੁਤ ਖੂਬ, ਬਹੁਤ ਖੂਬ। ਵਾਕਈ ਮਤਲਬ ਅੱਜ ਜਿਹੜੀ ਮੁਹਿੰਮ ਚੱਲੀ ਹੋਈ ਹੈ, ਪੰਜਾਬ ਮੋਹਰੀ ਹੋ ਕੇ ਲੱਗਿਆ ਹੋਇਆ ਹੈ। ਤੇ ਮੇਰੇ ਖਿਆਲ ਪੰਜਾਬ ਨੂੰ ਪਤਾ ਹੈ ਕਿ ਪੱਗ ਦੀ ਜਾਂ ਦਸਤਾਰ ਦੀ ਕੀਮਤ ਕੀ ਹੁੰਦੀ ਹੈ, ਜਿਸ ਕਰਕੇ ਅਣਖ ਦੇ ਲਈ ਅੱਜ ਦਿੱਲੀ ਦੀ ਇੱਕ ਤੇ ਚੜ੍ਹ ਕੇ ਬੈਠੇ ਹਾਂ। ਬਿਲਕੁਲ ਬਾਈ ਜੀ, ਦੇਖੋ ਜਿਹੜਾ ਅੱਜ ਦਾ ਮਾਹੌਲ ਬਣਾਤਾ ਆਪਣੇ ਲੀਡਰਾਂ ਨੇ। ਬੇਸਿਕਲੀ ਕੀ ਹੁੰਦਾ ਕਿ ਪਹਿਲੇ ਸਮਿਆਂ 'ਚ ਜਿਹੜੇ ਲੀਡਰ ਚੁਣੇ ਜਾਂਦੇ ਸੀ ਨਾ ਆਪਣੇ, ਤਾਂ ਉਹ ਕੋਈ ਸੰਘਰਸ਼ ਲੜਦੇ ਸੀ ਨਾ ਜਦੋਂ ਆਪਾਂ,
ਜਿਵੇਂ ਸਰਾਭੇ ਹੋਣੀ ਹੋ ਗਏ ਜਾਂ ਆਪਣੇ ਪੁਰਾਣੇ ਲੀਡਰ ਹੁੰਦੇ, ਲੀਡਰ ਦੀ ਮਤਲਬ ਪਰਿਭਾਸ਼ਾ ਕੀ ਹੋਣੀ ਚਾਹੀਦੀ ਆ, ਉਹ ਆਪਾਂ ਦੇਖਿਆ ਜਾਂਦਾ ਸੀ ਕਿ ਇਹ ਬੰਦਾ ਕਿੰਨਾ ਕੈਪੇਬਲ ਆ, ਹਨਾ, ਇਹ ਕਿੱਥੇ ਕਿ ਜੇ ਜਾ ਕੇ ਲੜ ਸਕਦਾ, ਕਿੱਥੇ ਕਿ ਸਟੈਂਡ ਕਰਦਾ, ਤਾਂ ਉਹਨੂੰ ਲੀਡਰ ਚੁਣਿਆ ਜਾਂਦਾ ਸੀ। ਤੇ ਅੱਜ ਕੀ ਹੋਇਆ ਵੀ ਅੱਜ ਲੀਡਰ ਚੁਣੇ ਜਾਂਦੇ ਆ, ਜਿਹੜਾ ਡੈਮੋਕ੍ਰੇਸੀ ਖਤਮ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਤੇ ਈਵੀਐਮ ਦੀ ਰਾਹੀਂ ਜਾਂ ਘਪਲੇ ਕਰਕੇ ਇਹ ਲੀਡਰ ਉੱਪਰ ਆ ਜਾਂਦੇ ਆ ਪੈਸੇ ਦੇ ਜ਼ੋਰ ਨਾਲ, ਹਨਾ। ਤਾਂ ਉਹ ਜਿਹੜੇ ਇਹ ਬਿਜ਼ਨਸ ਹੋ ਗਿਆ ਵੀਰੇ। ਪਹਿਲਾਂ ਹੁੰਦੀ ਸੀ ਸੇਵਾ, ਲੀਡਰ ਕਰਦੇ ਸੀ ਸੇਵਾ, ਅੱਜ ਕੱਲ੍ਹ ਲੀਡਰ ਕੀ ਆ, ਬਿਜ਼ਨਸ ਹੋ ਗਿਆ। ਬਿਜ਼ਨਸ ਉਹ ਪੈਸਾ ਲਾਉਂਦੇ ਆ, ਕਰੋੜਾਂ ਰੁਪਈਆ ਤਾਂ ਹੁੰਦਾ ਨਹੀਂ, ਫਿਰ ਉਹਨਾਂ ਨੂੰ ਜਿਹੜੀ ਫੰਡਿੰਗ ਹੁੰਦੀ ਆ, ਹੁਣ ਜਿਵੇਂ ਮੈਂ ਕਹਦਾ ਵੀ ਮੇਰੇ ਮਗਰ 2 ਬੰਦੇ ਆਹ ਪੈਸਾ ਲਾ ਰਹੇ ਆ, ਹਨਾ, ਇਹਨਾਂ ਨੇ ਲਾਤਾ ਤਾਂ ਇਹਨਾਂ ਨੇ ਕੱਲ ਨੂੰ ਮੇਰੇ ਤੋਂ ਮੰਗਣਾ ਵੀ ਆ। ਹੁਣ ਵਰਲਡ ਬੈਂਕ ਤੋਂ 5000 ਕਰੋੜ ਰੁਪਏ ਦਾ ਇਹਨਾਂ ਨੇ ਕਰਜ਼ਾ ਲਿਆ ਹੋਇਆ ਇੰਡੀਅਨ ਗਵਰਨਮੈਂਟ ਨੇ, 36000 ਕਰੋੜ ਰੁਪਇਆ ਉਹਦਾ ਵਿਆਜ ਦੇ ਰਹੇ। ਕੋਈ ਰੇਸ਼ੋ ਕਿਸੇ ਨੂੰ ਸਮਝ ਨਹੀਂ ਆ ਰਹੀ, ਕਿੱਥੋਂ ਆ ਰਿਹਾ, ਕਿੱਥੋਂ ਲੱਗ ਰਿਹਾ, ਕੌਣ ਆ। ਮਤਲਬ ਬਾਈ ਜੀ ਬਹੁਤ ਵੱਡੀਆਂ ਤਾਕਤਾਂ ਕੰਮ ਕਰਦੀਆਂ ਇਹਨਾਂ ਪਿੱਛੇ, ਜਿਹੜਾ ਅੱਜ ਬੇਸਿਕਲੀ ਮੇਰਾ ਕਹਿਣ ਦਾ ਮਤਲਬ ਆ ਵੀ ਆਪਾਂ ਲੀਡਰ ਗਲਤ ਚੁਣ ਲੈਂਦੇ ਆ। ਸਿਆਸਤ ਨਹੀਂ ਮਾੜੀ, ਸਿਆਸਤਦਾਨ ਮਾੜਾ। ਸਿਆਸਤ ਨੂੰ ਕਰਨ ਵਾਲੇ ਬੰਦੇ ਆ ਨਾ ਜਿਹੜੇ, ਉਹ ਮਾੜੇ ਹੁੰਦੇ। ਲੇਕਿਨ ਚੰਗਾ ਲੀਡਰ ਭਾਜੀ ਮਿਲਦਾ ਵੀ ਤਾਂ ਨਹੀਂ ਨਾ। ਪਹਿਲੀ ਗੱਲ ਹੈ, ਕੋਈ ਇਮਾਨਦਾਰੀ ਨੂੰ ਮਾਪਣ ਦਾ ਕੋਈ ਪੈਮਾਨਾ ਨਹੀਂ ਹੈਗਾ। ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਸੀ ਅਸੀਂ ਬੜੇ ਇਮਾਨਦਾਰ ਹਾਂ, ਲੇਕਿਨ ਉਹਨਾਂ ਕੋਲ ਵੀ ਕੋਈ ਮੇਰੇ ਖਿਆਲ ਐਸੀ ਮਸ਼ੀਨ ਤਾਂ ਹੈ ਨਹੀਂ ਜਿਹੜੀ ਇਮਾਨਦਾਰੀ ਨੂੰ ਚੈੱਕ ਕਰ ਸਕੇ ਵੀ ਤੁਹਾਡੇ 'ਚ ਕਿੰਨੀ ਇਮਾਨਦਾਰੀ, ਕਿੰਨੇ % ਹੈਗੀ ਇਮਾਨਦਾਰੀ। ਲੇਕਿਨ ਉਹਨਾਂ ਦੀਆਂ ਵੀ 2017 ਵਿੱਚ ਜੋ ਕੁਝ ਵੀ ਹੋਇਆ, ਸੁੱਚੇ ਸਿੰਘ ਛੋਟੇਪੁਰ ਨਾਲ ਜੋ ਕੁਝ ਹੋਇਆ, ਅੱਜ ਤੱਕ ਸਬੂਤ ਨਹੀਂ ਸਾਹਮਣੇ ਆਏ। ਜੱਸੀ ਜਸਰਾਜ ਨੂੰ ਕੱਢਿਆ ਗਿਆ ਪਾਰਟੀ ਦੇ ਵਿੱਚੋਂ। ਕਈ ਉੱਘੇ ਜਿਹੜੇ ਲੀਡਰ ਸੀ ਪੰਜਾਬ ਦੇ ਵਿੱਚ, ਉਹਨਾਂ ਨੂੰ ਸਾਈਡ ਖੁੱਡੇ ਲਾਈਨ ਕੀਤਾ ਗਿਆ। ਤੇ ਹੁਣ ਪੰਜਾਬ ਦੇਖੇ ਵੀ ਤਾਂ ਦੇਖੇ ਕਿਹਦੇ ਵੱਲ, ਲੈ ਦੇ ਕੇ 2 ਰਿਵਾਇਤੀ ਪਾਰਟੀਆਂ ਰਹਿੰਦੀਆਂ ਨੇ, ਜਾਂ ਅਕਾਲੀ ਹੋ ਗਏ ਜਾਂ ਕਾਂਗਰਸੀ ਹੋ ਗਏ, ਤੇ ਉਹਨਾਂ ਨੇ ਤਾਂ ਹੁਣ ਤੱਕ ਜੋ ਕੀਤਾ ਹੈ ਰਹੇ ਰੱਬ ਦਾ ਨਾਮ। ਇਹਦੇ ਵਿੱਚ ਦੇਖੋ ਕੀ ਹੁੰਦਾ ਬਾਈ ਜੀ, ਆਪਣੇ ਨਾ ਜਿਹੜੇ ਆਮ ਜਨਤਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਆ ਕੁਛ, ਉਹ ਬਾਅਦ ਚ ਨਹੀਂ ਦੇਖਦੇ। ਆਪਾਂ ਵੋਟਾਂ ਪਾਉਣੇ ਆ, ਵੋਟਾਂ ਵੇਲੇ ਆ ਜਾਂਦੇ ਆ, ਆਪਾਂ ਉਦੋਂ ਇਹਨਾਂ ਨੂੰ ਸਵਾਲ ਪੁੱਛਦੇ ਆ। ਹਰ ਇੱਕ ਬੰਦਾ ਲਾਈਵ ਵੀ ਹੋ ਜਾਂਦਾ, ਮੈਂ ਦੇਖਿਆ ਸੋਸ਼ਲ ਮੀਡੀਆ ਤੇ ਹਰ ਇੱਕ ਬੰਦਾ ਉਹਨਾਂ ਨੂੰ ਉਦੋਂ ਸਵਾਲ। ਤੁਸੀਂ ਜਦੋਂ ਇਹ ਕੰਮ ਕਰ ਰਹੇ ਹੁੰਦੇ ਆ ਨਾ, ਉਦੋਂ ਆਪਾਂ ਉਹਨਾਂ ਨੂੰ ਪੁੱਛਦੇ ਨਹੀਂ ਜਾ ਕੇ ਵੀ ਹਾਂ ਵੀ ਦੱਸੋ ਕੀ ਕਰ ਰਹੇ ਆ। ਜਦੋਂ ਇਹਨਾਂ ਨੇ ਮੰਨ ਲਓ ਇਹਨਾਂ ਦੀ ਬਹੁਤ ਵੱਡੀ ਲਹਿਰ ਪੈਦਾ ਹੋਈ ਸੀ ਬਾਈ ਆਮ ਆਦਮੀ ਪਾਰਟੀ ਵੇਲੇ, ਤੁਸੀਂ ਸਹੀ ਕਿਹਾ, ਇਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ। ਇਹਨਾਂ ਨੇ ਛੋਟੇਪੁਰ ਨੂੰ ਕੱਢਤਾ, ਭਗਵੰਤ ਮਾਨ ਨੂੰ ਉੱਪਰ ਲਿਆਂਦਾ, ਹਨਾ, ਫਿਰ ਇਹਨਾਂ ਨੇ ਜੱਸੀ ਜਸਰਾਜ ਕੱਢਤਾ। ਇਹਨਾਂ ਦਾ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਆਪਸ ਵਿੱਚ, ਹਨਾ। ਬਟ ਮੈਂ ਸਮਝਦਾ ਵੀ ਇਹਨਾਂ ਨੂੰ ਕੋਈ ਸਵਾਲ ਕਰਨ ਵਾਲਾ ਨਹੀਂ ਸੀ। ਬੈਕਫੁੱਟ ਤੋਂ ਜਿਹੜਾ ਬੰਦਾ ਸੀ ਨਾ, ਪਿੱਛੇ ਸੀ ਇਹਨਾਂ ਦੇ। ਜਿਹੜਾ ਬੋਲਿਆ, ਚਾਹੇ ਉਹ ਆਪਣੇ ਖਾਲਸਾ ਸਾਹਿਬ ਹੋਣ, ਮੈਂਬਰ ਪਾਰਲੀਮੈਂਟ ਸੀਗੇ ਹਰਿੰਦਰ ਸਿੰਘ ਖਾਲਸਾ ਜੀ, ਡਾਕਟਰ ਧਰਮਵੀਰ ਗਾਂਧੀ ਹੋਣ, ਸੁਖਪਾਲ ਖਹਿਰਾ ਹੋਣ, ਜਿਹੜਾ ਇਹਨਾਂ ਨੇ ਦੇਖਿਆ ਵੀ ਹਾਂ ਜਿਹੜਾ ਖੰਗਿਆ ਇਹਨਾਂ ਨੇ ਟੰਗਤਾ ਬਸ ਜੀ। ਇਹ ਐਂ ਹੀ ਕਰਦੇ ਆ ਬਾਈ, ਪਾੜੋ ਦੀ ਰਾਜਨੀਤੀ ਹੁੰਦੀ ਇਹਦੇ 'ਚ। ਤਾਂ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਅੱਗੇ ਆ ਜਾ। ਪਰ ਮੈਂ ਇਹ ਦੇਖ ਲਿਆ ਬਾਈ ਜੀ ਵੀ ਇਹਨਾਂ ਦੇ ਵਿੱਚੋਂ ਨਾ ਪੰਜਾਬ ਦਾ ਭਲਾ ਚਾਹੁਣ ਵਾਲੇ ਲੋਕ ਘੱਟ ਨੇ। ਸੱਚੇ ਸੁੱਚੇ ਲੀਡਰ ਉਹ ਤਾਂ ਮਿਲਣਾ ਮੇਰੇ ਹਿਸਾਬ ਨਾਲ ਕਲਯੁਗ ਆ। ਬਾਬੇ ਨਾਨਕ ਨੇ ਵੀ ਕਿਹਾ ਸੀ ਕਲਯੁਗ 'ਚ ਚੰਗੇ ਬੰਦੇ ਘੱਟ ਹੀ ਮਿਲਣਗੇ, ਤੇ ਉਹ ਮਿਲਣੇ ਤਾਂ ਹੁਣ ਮੁਸ਼ਕਿਲ ਆ। ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ, ਆਪਦੇ ਨੌਜਵਾਨ ਭਰਾਵਾਂ ਨੂੰ ਵੀ, ਤੇ ਆਪਣੇ ਜਿਹੜੇ ਆਪਦਾ ਮਾੜਾ ਮੋਟਾ ਉੱਚੀ ਸੋਚ ਵਾਲੇ ਬੰਦੇ ਹੈਗੇ ਆ, ਹਨਾ, ਵੀ ਤੁਸੀਂ ਆਪਦੀ ਕੇਅਰ ਆਪ ਹੀ ਕਰੋ। ਇਹਨਾਂ ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਅੱਜ ਹੁਣ ਅਸੀਂ ਮੌਤ ਦੇ ਮੂੰਹ 'ਚ ਬੈਠੇ ਆ ਬਾਈ ਜੀ, ਇਹਨਾਂ ਦਾ ਕੋਈ ਪਤਾ ਨਹੀਂਗਾ। ਘਟੀਆ ਰਾਜਨੀਤੀ ਆ, ਇਹ ਕੁਝ ਵੀ ਕਰ ਸਕਦੇ ਕਿਸੇ ਵੀ ਟਾਈਮ ਆਪਦੀ ਸੀਟ ਨੂੰ ਬਚਾਉਣ ਲਈ ਨਾ। ਇਹ ਕੁਝ ਵੀ ਅਟੈਕ ਕਰਾ ਸਕਦੇ ਆ। ਮੈਂ ਈਵਨ ਮੈਂ ਇੱਥੋਂ ਨਾ ਬਾਈ ਜੀ ਜਿਹੜਾ ਹੈਗਾ ਗੋਦੀ ਮੀਡੀਆ ਅੱਜ ਤੱਕ ਨਹੀਂ, ਤੁਹਾਨੂੰ ਪਤਾ ਹੀ ਆ, ਕੋਈ ਸਹੀ ਖਬਰ ਤਾਂ ਦੇ ਨਹੀਂ ਰਿਹਾ। ਸਿਰਫ ਆਪਣੇ ਜਿਹੜੇ ਪੰਜਾਬੀ ਜਿਹੜੇ ਨਿਊਜ਼ ਚੈਨਲ ਆ, ਜਿਵੇਂ ਯਾਦਵਿੰਦਰ ਬਾਈ ਹੋ ਗਿਆ, ਜਾਂ ਤੁਸੀਂ ਹੋ ਗਏ, ਜਾਂ ਆਪਣੇ ਜਿਹੜੇ ਹੋਰ ਮੱਕੜਾ ਬਾਈ ਹੋਣੀ ਆ, ਇਹ ਸਾਰੇ ਇੱਥੋਂ ਰਿਪੋਰਟਿੰਗ ਕਰ ਰਹੇ ਤਾਂ ਇਹੀ ਨਿਊਜ਼ ਸਹੀ ਦੇ ਰਿਹਾ। ਜਿਹੜਾ ਨੈਸ਼ਨਲ ਮੀਡੀਆ ਨਾ, ਉਹ ਜਿਹੜੇ ਇਸ ਅੰਦੋਲਨ ਨੂੰ ਬਈ ਗਲਤ ਰੰਗਤ ਦੇ ਰਿਹਾ, ਉਹ ਉੱਥੇ ਕੁਝ ਹੋਰ ਪੇਸ਼ ਕੀਤਾ ਜਾ ਰਿਹਾ। ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਤੁਸੀਂ ਜਦੋਂ ਕੋਈ ਨਿਊਜ਼ ਦੇਖਦੇ ਹੁੰਦੇ ਨਾ, ਤਾਂ ਉਹਨੂੰ ਮਾੜਾ ਜਿਹਾ ਆਪਦੇ ਇੱਕ ਆਪਣੇ ਨਾ ਇੱਕ ਸਬਕੌਂਸ਼ੀਅਸ ਮਾਈਂਡ ਹੁੰਦਾ, ਇੱਕ ਆਪਣੇ ਕੌਨਸ਼ੀਅਸ ਮਾਈਂਡ ਹੁੰਦਾ। ਜਦੋਂ ਆਪਾਂ ਨੂੰ ਕੋਈ ਬੰਦਾ ਗਲਤ ਗੱਲ ਕਹੂਗਾ ਨਾ, ਤਾਂ ਕੌਨਸ਼ੀਅਸ ਮਾਈਂਡ 'ਚ ਵੀ ਲੱਗਦੀ ਹੈ, ਇੱਕ ਵਾਰੀ ਤੁਹਾਨੂੰ ਚੋਟ ਕਰੂਗੀ ਯਾਰ, ਕੋਈ ਫਰਕ ਲੱਗਦਾ ਗੱਲ 'ਚ। ਜੇ ਮੈਂ ਹੁਣ ਬੋਲ ਰਿਹਾ ਨਾ, ਜੇ ਮੈਂ ਦਿਲੋਂ ਕਹਿ ਰਿਹਾ ਤਾਂ ਤੁਹਾਨੂੰ ਲੱਗੂਗਾ ਯਾਰ ਬੰਦਾ ਦਿਲੋਂ ਕਹਿੰਦਾ, ਤੇ ਜੇ ਮੈਂ ਗਲਤ ਬੋਲੂੰਗਾ ਤਾਂ ਤੁਹਾਨੂੰ ਲੱਗੂਗਾ ਬੰਦਾ ਗਲਤ। ਮਾੜਾ ਸੋਚ ਲਿਆ ਕਰੋ ਵੀਰੇ, ਇੱਕ ਵਾਰੀ ਨਿਚੋੜ ਕੱਢ ਲਿਆ ਕਰੋ ਆਪਦੇ ਤੌਰ ਤੇ ਹੀ, ਫਿਰ ਯਕੀਨ ਕਰਿਆ ਕਰੋ। ਅਫਵਾਹਾਂ ਤੋਂ ਬਚੋ, ਜਾਗਰੂਕ ਹੋ। ਮੈਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਕਿ ਮੈਂ ਚਾਹੇ ਖੇਤੀ ਨਹੀਂ ਵੀ ਕਰਦਾ, ਪਰ ਮੈਂ ਪੰਜਾਬ ਪ੍ਰਤੀ ਬਹੁਤ ਆਪਦੇ ਬੰਨਿਓ ਮੇਰੀ ਜ਼ਮੀਰ ਜਾਗਦੀ ਆ, ਤਾਂ ਮੈਂ ਬਹੁਤ ਫਿਕਰਮੰਦ ਆ। ਮੈਂ ਇਸ ਕਰਕੇ ਉੱਠ ਕੇ ਆਇਆ, 6 ਦਿਨ ਤੋਂ ਮੈਂ ਆਪਦੇ ਘਰ ਤੋਂ ਬਾਹਰ ਬੈਠਾ, ਤੇ ਮੈਨੂੰ ਮੇਰੇ ਪੰਜਾਬ ਦਾ ਫਿਕਰ ਆ, ਮੈਨੂੰ ਆਪਦੇ ਲੋਕਾਂ ਦਾ ਫਿਕਰ ਆ, ਮੈਨੂੰ ਕੁਦਰਤ ਇਨਸਾਨੀਅਤ ਦਾ ਫਿਕਰ ਆ। ਤੇ ਜਿਹੜੇ ਲੀਡਰ ਹੁੰਦੇ ਇਹਨਾਂ 'ਚ ਇਨਸਾਨੀਅਤ ਨਹੀਂ ਹੁੰਦੀ। ਇਸ ਕਰਕੇ ਕਹਿੰਦੇ ਆ ਕਿ ਨੌਜਵਾਨ ਜਿਹੜੇ ਸਾਡੇ ਭਰਾ ਨੇ ਉਹ ਜ਼ਰੂਰ ਹੁਣ ਅੱਗੇ ਆਉਣ, ਕਿਉਂਕਿ ਦੇਖੋ ਬਦਲਾਅ ਜ਼ਰੂਰੀ ਹੈ। ਜਿਹੜੇ ਇਹ ਲੀਡਰ ਹੁਣ 5-5 6-6 ਪੈਨਸ਼ਨਾਂ ਲੈ ਰਹੇ ਨੇ,
ਲੋਕਾਂ ਦਾ ਹੀ ਪੈਸਾ ਹੈ। 5 ਸਾਲ ਕਹਿੰਦੇ ਨੇ ਅਸੀਂ ਐਮਐਲਏਸ਼ਿਪ ਕੱਟੀ ਹੈ। ਸਰਕਾਰੀ ਜਿਹੜਾ ਨੌਕਰੀ ਕਰਨ ਵਾਲਾ ਹੈ ਉਹਨੂੰ 35 ਸਾਲ ਨੌਕਰੀ ਕਰਕੇ ਵੀ ਹੁਣ ਪੈਨਸ਼ਨ ਛੱਡੀ ਨਹੀਂ ਇਹਨਾਂ ਨੇ। ਇਹ 5-5 ਸਾਲਾਂ ਤੋਂ ਬਾਅਦ ਵੀ 5 ਸਾਲ ਛੱਡੋ 2 ਦਿਨ ਕੋਈ ਰਹਿ ਜਾਵੇ ਤਾਂ ਇਹ ਪੈਨਸ਼ਨ ਦੇ ਹੱਕਦਾਰ ਬਣ ਜਾਂਦੇ ਨੇ। ਪੂਰੀ ਉਮਰ ਪੈਨਸ਼ਨ, ਭੱਤੇ ਅਲੱਗ ਮਿਲਦੇ ਨੇ, ਮੈਡੀਕਲ ਖਰਚਾ ਅਲੱਗ ਮਿਲਦਾ ਹੈ। ਕੀ ਮਿਲਦਾ ਹੈ ਤੁਹਾਨੂੰ ਸ਼ਾਇਦ ਇਹ ਪਤਾ ਵੀ ਨਾ ਹੋਵੇ। ਜੋ ਕੁਝ ਇਹ ਕਾਗਜ਼ਾਂ ਦੇ ਵਿੱਚ ਲੈ ਕੇ ਜਾਂਦੇ ਨੇ ਉਹ ਦਿੰਦੇ ਕੀ ਨੇ ਸਮਾਜ ਨੂੰ, ਮੇਰੇ ਖਿਆਲ ਦੇ ਵਿੱਚ ਜ਼ੀਰੋ। ਬਹੁਤ ਵੱਡਾ ਸਵਾਲ ਹੈ ਤੇ ਇਸ ਕਰਕੇ ਨੌਜਵਾਨਾਂ ਨੂੰ ਉੱਠਣਾ ਚਾਹੀਦਾ ਹੈ। ਸਿਆਸਤ ਨੂੰ ਹੁਣ ਬਦਲਣ ਦਾ ਸਮਾਂ ਮੇਰੇ ਖਿਆਲ ਆ ਚੁੱਕਾ ਹੈ। ਤੇ ਬਾਈ ਜੀ ਤੁਹਾਨੂੰ ਤੁਸੀਂ ਆਏ ਹੋ ਤੇ ਤੁਸੀਂ ਹਿੱਸਾ ਬਣੇ ਹੋ। ਹੁਣ ਮੇਰੇ ਖਿਆਲ ਦੇ ਵਿੱਚ ਨਾ ਤੁਸੀਂ ਗਵਾਹ ਬਣੋਗੇ ਤੇ ਤੁਸੀਂ ਇੱਕ ਮਿਸਾਲ ਵੀ ਬਣੋਗੇ। ਜੇ ਤੁਸੀਂ ਵਾਪਸ ਆਸਟ੍ਰੇਲੀਆ ਜਾਓਗੇ ਮੋਰਚਾ ਫਤਿਹ ਕਰਕੇ, ਪਹਿਲਾਂ ਤਾਂ ਪਿੰਡ ਤੁਸੀਂ ਮੁੜੋਗੇ, ਪਿੰਡ ਵਾਲਿਆਂ ਨਾਲ ਖੁਸ਼ੀ ਜਿਹੜੀ ਸਾਂਝੀ ਕਰੋਗੇ। ਫਿਰ ਜਦੋਂ ਤੁਸੀਂ ਵਿਦੇਸ਼ ਜਾਓਗੇ, ਆਸਟ੍ਰੇਲੀਆ ਜਾਓਗੇ ਨਾ ਤਾਂ ਤੁਹਾਨੂੰ ਤੁਹਾਡੇ ਨਾਲ ਦੇ ਸਾਥੀ ਫੜ ਕੇ ਬਿਠਾ ਕੇ ਪੁੱਛਣਗੇ ਬਾਈ ਦੱਸ ਹੋਇਆ ਕੀ ਸੀ। ਫਿਰ ਉਹ ਜਿਹੜੀ ਖੁਸ਼ੀ ਜਾਂ ਤਸੱਲੀ ਇੱਕ ਦਿਲ ਨੂੰ ਹੋਣੀ ਹੈ ਨਾ, ਚਾਅ ਜਿਹੜਾ ਤੁਸੀਂ ਕਿਉਂਕਿ ਆਪ ਆਪਣੀ ਪਿੰਡੇ ਤੇ ਹੰਢਾ ਰਹੇ ਹੋ ਇਹ ਸਾਰਾ ਮੋਰਚਾ ਜੋ ਸੰਘਰਸ਼ ਹੋ ਰਿਹਾ ਹੈ ਤੇ ਉਹ ਤੁਸੀਂ ਮੇਰੇ ਖਿਆਲ 'ਚ ਸ਼ਾਇਦ ਤੁਹਾਡੇ ਕੋਲ ਉਦੋਂ ਸ਼ਬਦ ਨਾ ਹੋਣ ਉਹ ਬਿਆਨ ਕਰਨ ਦੇ ਲਈ। ਬਿਲਕੁਲ, ਮੈਨੂੰ ਹੁਣ ਵੀ ਫੋਨ ਆ ਰਹੇ ਆ, ਯਾਨੀ ਕਿ ਮੇਰੇ ਕਿੰਨੇ ਹੀ ਦੋਸਤ ਮੈਨੂੰ ਇੰਗਲੈਂਡ ਤੋਂ, ਈਵਨ ਅਮਰੀਕਾ ਤੋਂ, ਈਵਨ ਕੈਨੇਡਾ ਤੋਂ, ਮਤਲਬ ਹੋਰ ਜਿੰਨੇ ਵੀ ਆਪਣੇ ਪੰਜਾਬੀ ਇੱਧਰ ਉੱਧਰ ਉਹ ਸਾਰੇ ਮਤਲਬ ਫੋਨ ਕਰ ਰਹੇ ਆ ਤੇ ਪੁੱਛ ਰਹੇ ਆ ਵੀ ਕੀ ਹੋ ਰਿਹਾ, ਕੀ ਹਾਲਾਤ ਆ। ਅਸੀਂ ਉਹ ਪਿੱਛੋਂ ਹੰਗਾਰਾ ਦੇ ਰਹੇ ਆ ਵੀ ਅਸੀਂ ਸਾਰੇ ਤੇਰੇ ਨਾਲ ਆ। ਅਸੀਂ ਟਵਿੱਟਰ ਦੇ ਉੱਤੇ ਵੀ ਹੁਣ ਇਹ ਸੰਘਰਸ਼ ਇੰਟਰਨੈਸ਼ਨਲ ਲੈਵਲ ਦੇ ਉੱਤੇ ਚਲਾ ਗਿਆ ਵੀ ਇਹ ਹੁਣ ਇਕੱਲੇ ਪੰਜਾਬ ਦਾ ਤੇ ਇਕੱਲੇ ਆਪਣੇ ਇੰਡੀਆ ਦਾ ਨਹੀਂ, ਵਿੱਚ ਆਪਣੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਚੁੱਕਿਆ ਜੀ ਮੁੱਦਾ। ਬਿਲਕੁਲ, ਲੇਕਿਨ ਜਿਹੜਾ ਮੈਂ ਕਹਾਂਗਾ ਮਾਨ ਬਾਈ ਜੀ ਉਹਨਾਂ ਨੂੰ ਹੁਣ ਮਹਿਸੂਸ ਹੋ ਰਿਹਾ ਹੈ ਇਹ ਉਦੋਂ ਹੋਰ ਵਧੇਗਾ ਜਦੋਂ ਮੈਂ ਜਿਵੇਂ ਕਿਹਾ ਮੋਰਚਾ ਫਤਿਹ ਹੋਏਗਾ, ਪਿੰਡ ਜਾਣਗੇ, ਪਿੰਡੋਂ ਫਿਰ ਸਮਾਨ ਚੁੱਕਣਗੇ ਤੇ ਵਾਪਸ ਜਦੋਂ ਇਸੇ ਦਿੱਲੀ ਦੀ ਧਰਤੀ ਤੋਂ ਫਲਾਈਟ ਚੜ੍ਹਨਗੇ ਆਸਟ੍ਰੇਲੀਆ ਪਹੁੰਚ ਕੇ ਜਦੋਂ ਬਿਆਨ ਕਰਨਗੇ ਕਿ ਆਖਰ ਮੋਰਚੇ ਵਿੱਚ ਕਿਵੇਂ ਫਤਿਹ ਹਾਸਲ ਕੀਤੀ ਹੈ ਪੰਜਾਬੀਆਂ ਨੇ, ਇਹਨਾਂ ਦਾ ਜੋ ਸਿਰ ਹੈ ਉਹ ਮਾਣ ਦੇ ਨਾਲ ਹੋਰ ਉੱਚਾ ਹੋ ਜਾਵੇਗਾ ਤੇ ਪੰਜਾਬ ਦਾ ਨਾਮ ਜਿਹੜਾ ਪਹਿਲਾਂ ਹੀ ਪੂਰੀ ਦੁਨੀਆ ਦੇ ਵਿੱਚ ਬੋਲਦਾ ਹੈ ਉਹ ਹੋਰ ਗੱਡਵਾਂ ਬੋਲੇਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਕੁੰਡਲੀ ਬਾਰਡਰ।